ਕਰਦੇ ਹਾਂ। ਰਾਸਧਾਰੀ ਕੀ ਕਰਦੇ ਹੁੰਦੇ ਸਨ, ਅੱਜ ਵੀ ਮਿਲਦੇ ਨੇ। ਖਾਸ ਕਰਕੇ ਜਨਮ ਆਸ਼ਟਮੀ ਨੂੰ ਰਾਸਧਾਰੀ ਰਾਸ ਲੀਲਾ ਰਚਦੇ ਨੇ। ਪਰ ਪਿਆਰਿਓ, ਸਮਾਂ ਆਇਆ ਕ੍ਰਿਸ਼ਨ ਦੀ ਰਾਸ ਕਰਦਿਆਂ ਕਰਦਿਆਂ, ਖਿਮਾ ਕਰਿਓ, ਲੋਕ ਵਾਸ਼ਨਾ ਵਿੱਚ ਲੁਪਤ ਹੋ ਗਏ, ਢਿੱਡ ਤੱਕ ਸੀਮਤ ਰਹਿ ਗਏ। ਅਸਲੀ ਤੱਤ ਜਿਹੜਾ ਰੱਬੀ ਗੀਤ ਸੀ ਉਹ ਮਰ ਗਿਆ, ਚਿਹਰੇ ਮੁਰਝਾ ਗਏ। ਲੋਕ ਤਮਾਸ਼ਬੀਨ ਬਣ ਕੇ ਇਕੱਠੇ ਹੋਣ ਲੱਗ ਪਏ। ਇਹਨਾਂ ਨੇ ਰਾਸ ਪਾਣੀ, ਲੋਕਾਂ ਨੇ ਤਾੜੀਆਂ ਮਾਰ ਕੇ ਹੱਸਣਾ, ਮੰਗਤੇ ਬਣ ਗਏ ਰਾਸਧਾਰੀ। ਅੱਜ ਮੇਰੇ ਸਤਿਗੁਰੂ ਨੇ ਸਾਡੀ ਸੁਰਤ ਚੁੱਕੀ, ਕਹਿਣ ਲੱਗੇ ਆਓ ਮੈਂ ਪਰਮਾਤਮਾ ਦੀ ਰਚੀ ਹੋਈ ਰਾਸ ਵਿੱਚ ਤੁਹਾਨੂੰ ਉਹਦੀ ਵਿਸਮਾਦ ਰਾਸ ਵਿੱਚ ਲਿਜਾਣਾ ਚਾਹੁੰਦਾ। ਇੱਥੇ ਸ਼ਬਦ ਕੀ ਵਰਤੇ ਜੀ? ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਮੈਂ ਅਰਥ ਕੀਤੇ ਨੇ, ਰਾਸ ਮੰਡਲ ਦਾ ਅਰਥ ਹੈ ਗੋਲ ਦਾਇਰਾ। ਘੜੀਆਂ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਜੀ ਘਟਿਕਾ, ਇੱਕ ਸ਼ਬਦ ਹੈ ਘਟ। ਪੰਜਾਬੀ 'ਚ ਜਿਹੜਾ ਘਟਿਕਾ ਸ਼ਬਦ ਸੀ ਉਹ ਘੜੀ ਬਣ ਗਿਆ। ਘੜੀ ਦਾ ਅਰਥ ਜਿਹੜਾ ਅਸੀਂ ਕਹਿ ਰਹੇ ਹਾਂ ਇਹ ਘੜੀ ਨਹੀਂ। ਥੋੜ੍ਹੇ ਜਿਹੇ ਦੇ ਅਰਥ ਮੈਂ ਕਰ ਦੇਣਾ। ਇੱਕ ਵਾਰ ਅਰਜ਼ ਕੀਤੀ ਸੀ, ਸਾਡੇ ਗੁਰਮਤ ਵਿੱਚ ਜਿਹੜੀ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ, ਜਿਵੇਂ ਇਸ ਘੜੀ ਨੂੰ ਬੰਨ੍ਹਿਆ ਨਾ ਜੀ, ਅਸੀਂ ਕਹਿੰਦੇ ਹਾਂ ਸਮੇਂ ਦੀ ਸਭ ਤੋਂ ਛੋਟੀ ਇਕਾਈ 1 ਸੈਕਿੰਡ ਹੈ। 60 ਸੈਕਿੰਡ ਇਕੱਠੇ ਹੋਣ ਤੇ 1 ਮਿੰਟ ਬਣਦਾ, ਇਸ ਤਰ੍ਹਾਂ ਹੈ ਨਾ ਜੀ। ਪਰ ਜਿਹੜੀ ਗੁਰਮਤ ਵਿੱਚ ਸੀ ਸਮੇਂ ਦੀ ਵੰਡ, ਸਮੇਂ ਦੀ ਸਭ ਤੋਂ ਛੋਟੀ ਇਕਾਈ ਸੀ ਕਿ ਜੋ ਪਰਮਾਤਮਾ ਨੇ ਸਰੀਰ ਦੀ ਬਣਤਰ ਦਿੱਤੀ ਹੈ, ਨੈਚੁਰਲੀ ਤੌਰ 'ਤੇ, ਕੁਦਰਤੀ ਤੌਰ 'ਤੇ ਅੱਖਾਂ ਦਾ ਇੱਕ ਵਾਰੀ ਝਮਕਣਾ, ਇਹ ਸਾਡੇ ਸਮੇਂ ਦੀ ਸਭ ਤੋਂ ਛੋਟੀ ਪਹਿਲੀ ਇਕਾਈ ਹੈ। ਇਹਨੂੰ ਬਾਣੀ 'ਚ ਨਿਮਕ ਸ਼ਬਦ ਵਰਤਿਆ ਹੈ। ਘੜੀ ਕੀ ਚੀਜ਼ ਹੈ? ਕਿਉਂਕਿ ਮੈਂ ਥੋੜ੍ਹਾ ਜਿਹਾ ਬੇਨਤੀ ਕਰਨੀ ਚਾਹੁੰਦਾ, ਸਮਾਂ ਮੇਰਾ ਜਿੰਨਾ ਮਰਜ਼ੀ ਲੱਗ ਜਾਏ ਆਸਾ ਕੀ ਵਾਰ 'ਚ, ਇੱਛਾ ਮੇਰੀ ਭਾਵੇਂ 100-150 ਘੰਟਾ ਲੱਗੇ, ਪਰ ਮਨ ਦੀ ਤਸੱਲੀ ਜ਼ਰੂਰ ਕਰਾਣੀ ਆਪਣੇ ਨੇ। ਕਿਉਂਕਿ ਆਸਾ ਕੀ ਵਾਰ, ਮੈਂ ਰੋਜ਼ ਇਹ ਗੱਲ ਕਹਿਣਾ, ਗੁਰਮੁਖੋ ਸਾਡੇ ਜੀਵਨ ਨੂੰ ਬਹੁਤ ਵੱਡੀ ਤਰੱਕੀ ਦਿੰਦੀ। ਹੁਣ ਘੜੀ ਲਫ਼ਜ਼ ਇਹ ਕਿੱਥੋਂ ਬਣਿਆ? ਮੈਂ ਹੈਰਾਨ ਹੋਇਆ। ਕਬੀਰ ਸਾਹਿਬ ਵੇਲੇ ਘੜੀ ਦੀ ਗਿਣਤੀ ਕਾਊਂਟਿੰਗ ਕੁਝ ਹੋਰ ਸੀ, ਭਾਈ ਗੁਰਦਾਸ ਸਾਹਿਬ ਨੇ ਕੁਝ ਹੋਰ ਕੀਤੀ। ਥੋੜ੍ਹਾ ਜਿਹਾ ਇਹਦੇ ਵੱਲ ਵੀ ਧਿਆਨ। ਪਹਿਲੀ ਗੱਲ ਕਿ ਘੜੀ ਅੱਜ ਦੇ ਪਰਪੇਖ 'ਚ ਘੜੀ ਕਿੰਨੇ ਟਾਈਮ ਦੀ? ਅੱਖ ਦਾ ਇੱਕ ਵਾਰੀ ਝਮਕਣਾ 1 ਫੋਰਖ ਹੈ। ਇਹਨੂੰ ਸੋਹਿਲਾ ਸਾਹਿਬ 'ਚ ਕਿਹਾ ਜੀ, ਵਿਸਵੇ ਚਸੀਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਵਾ। ਇਹ ਕੀ ਚੀਜ਼? ਇਹ ਸਮੇਂ ਦੀ ਵੰਡ, ਇਹ ਰਾਸ ਲੀਲਾ 'ਚ ਆਉਣ ਵਾਲੀਆਂ ਕੰਮ ਚੀਜ਼ਾਂ ਨੇ। ਅਸਲ 'ਚ ਅੱਖ 15 ਵਾਰੀ ਨੈਚੁਰਲੀ ਤੌਰ 'ਤੇ, ਜ਼ੋਰ ਨਾਲ ਨਹੀਂ, ਕੁਦਰਤੀ ਤੌਰ 'ਤੇ ਰੱਬ ਦੀ ਬਣਾਈ ਬਣਤਰ ਨਾਲ 15 ਵਾਰੀ ਅੱਖ ਝਮਕੇ, ਅੱਖ ਦੇ 15 ਫੋਰ ਇੱਕ ਵਿਸ਼ਾ ਬਣਦੇ ਨੇ। ਜਿਵੇਂ ਅਸੀਂ ਸਕਿੰਟ ਗਿਣਦੇ ਹਾਂ ਨਾ ਜੋੜ ਕੇ, ਅੱਖ ਦੇ 15 ਨਿਮਕ, 15 ਫੋਰ ਇੱਕ ਵਿਸ਼ਾ ਬਣਦੇ ਨੇ। 15 ਵਿਸ਼ੇ ਇਕੱਠੇ ਕਰ ਲਓ, ਘੜੀਆਂ ਵਿੱਚ ਵੈਗਰੂ ਵਿੱਚ ਆ ਗਿਆ ਨਿਮਕ। ਅੱਖ ਦੇ 15 ਫੋਰ ਇੱਕ ਵਿਸ਼ਾ ਨੇ, 15 ਵਿਸ਼ੇ ਨਹੀਂ, 15 ਵਿਸ਼ੇ ਇਕੱਠੇ ਹੋਣ ਤੇ ਇੱਕ ਚਸਾ ਬਣਦਾ। ਹੁਣ 30 ਚਸੇ ਇਕੱਠੇ ਕਰ ਲਓ ਤੇ ਇੱਕ ਪਲ ਬਣਦਾ। 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ ਹੈ। ਘੜੀਆਂ ਸਭੇ ਗੋਪੀਆਂ। 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ। 7.5 ਘੜੀਆਂ ਕਾਊਂਟਿੰਗ ਕਰ ਲਈਏ ਜਾਂ ਇਕੱਠੀਆਂ ਕਰ ਲਈਏ, ਇੱਕ ਪਹਿਰ ਬਣਦਾ ਹੈ। 8 ਪਹਿਰ ਇਕੱਠੇ ਕਰੀਏ ਤੇ ਦਿਨ ਤੇ ਰਾਤ ਬਣਦਾ ਹੈ। ਇਹਦੇ ਵਿੱਚੋਂ 7 ਵਾਰ ਨੇ, 12 ਮਹੀਨੇ ਨੇ, ਬਸ ਇਸ ਦੋਗਾ ਸਮਾਂ ਚੱਲਦਾ। ਮੇਰੀ ਬੇਨਤੀ ਹੈ, ਘੜੀ ਜਿਹੜਾ ਹੈ, ਸਤਿਗੁਰੂ ਕਹਿੰਦੇ ਜਿੰਨੀਆਂ ਘੜੀਆਂ ਨੇ, ਕਿਉਂਕਿ ਗੋਲ ਦਾਇਰੇ ਵਿੱਚ ਰਾਸ ਮੰਡਲ ਪਾਇਆ ਜਾ ਰਿਹਾ, ਜਿੰਨੀਆਂ ਘੜੀਆਂ ਨੇ ਉਹ ਵਾਰ-ਵਾਰ ਘੜੀ ਆ ਰਹੀ ਹੈ, ਨਿਮਕ ਵਾਰ-ਵਾਰ ਆ ਰਿਹਾ। ਸਤਿਗੁਰੂ ਕਹਿੰਦੇ ਨੇ ਇਦੋਂ ਵੱਡਾ ਗੋਲ ਦਾਇਰਾ ਕਿਹੜਾ ਮਿਲੇਗਾ? ਵਾਰ-ਵਾਰ ਸਮਾਂ ਆ ਰਿਹਾ। ਹਜ਼ੂਰ ਦੇ ਅੰਮ੍ਰਿਤ ਬੋਲ ਕਹਿੰਦੇ ਨੇ ਘੜੀਆਂ ਜਿਤਨੀਆਂ ਨੇ, ਇਹ ਘੜੀਆਂ ਸਭੇ ਗੋਪੀਆਂ। ਰੱਬ ਦਾ ਬਣਾਇਆ ਹੋਇਆ ਜਿਹੜਾ ਵਕਤ ਹੈ, ਘੜੀਆਂ ਨੇ, ਇਹ ਸਾਰੀਆਂ ਗੋਪੀਆਂ ਨੇ। ਅੱਗੇ ਸਤਿਗੁਰੂ ਕਹਿੰਦੇ ਨੇ ਪਹਿਰ ਕੰਨ ਗੋਪਾਲ। ਬਸ ਇਹਦੇ ਥੋੜ੍ਹੇ ਜਿਹੇ ਅਰਥ ਜ਼ਰੂਰ ਸੁਣਿਓ। ਮੈਂ ਪਹਿਰ ਦੇ ਅਰਥ ਕੀਤੇ ਨੇ 7.5 ਘੜੀਆਂ ਦਾ ਇੱਕ ਪਹਿਰ। ਜੇ ਚਲੋ ਅੱਜ ਕੱਲ੍ਹ ਪੜ੍ਹੇ ਲਿਖਿਆ ਨੇ ਕਾਊਂਟਿੰਗ ਕਰਨੀ ਹੋਵੇ, ਕਬੀਰ ਸਾਹਿਬ ਦੀ ਘੜੀ ਜਿਹੜੀ ਹੈ, ਕਿਉਂਕਿ ਮੈਂ ਥੋੜ੍ਹਾ ਜਿਹਾ ਤਾਂ ਕਹਿ ਦਿੱਤਾ ਹੈ, ਮੇਰੇ ਮਨ 'ਚ ਵੀ ਅੱਜ ਆਇਆ, ਭਾਈ ਕਬੀਰ ਸਾਹਿਬ ਕਹਿੰਦੇ ਨੇ 8 ਜਾਮ 64 ਘੜੀ
64 ਘੜੀਆਂ ਕਹਿੰਦੇ ਨੇ। ਤਉ ਨਿਰਖ ਤਰੈ ਜੀਓ। ਭਾਈ ਗੁਰਦਾਸ ਸਾਹਿਬ ਕਹਿੰਦੇ 8 ਹੀ ਪੈਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ। ਹੁਣ 64 4 ਦਾ ਫਰਕ ਪੈ ਗਿਆ ਨਾ। 60 ਘੜੀ 64 ਘੜੀ। ਕਬੀਰ ਸਾਹਿਬ ਵਾਲੀ ਜਿਹੜੀ ਘੜੀ ਦਾ ਵਿਦਵਾਨਾਂ ਨੇ ਕੀਤਾ ਉਹ 22 ਮਿੰਟ ਦੀ ਘੜੀ ਬਣੇਗੀ। ਜਿਹੜੀ ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਨੇ ਸਮੇਂ ਦੀ ਵੰਡ ਨਾਲ, ਉਹ 24 ਮਿੰਟਾਂ ਦੀ ਘੜੀ ਬਣੇਗੀ। ਇਉਂ ਸਮਝ ਲਵੋ ਕਿ 24 ਮਿੰਟ ਦੀ ਇੱਕ ਘੜੀ ਬਣਦੀ ਹੈ ਜੇ ਅੱਜ ਦੇ ਪਰਿਪੇਖ 'ਚ ਦੇਖੀਏ। ਸਤਿਗੁਰੂ ਕਹਿੰਦੇ ਨੇ ਜਿੰਨੀਆਂ ਵੀ ਘੜੀਆਂ ਨੇ ਟਾਈਮ, ਇੱਕ ਇੱਕ ਘੜੀ ਗੋਪੀ ਸਮਝੋ, ਕਿਉਂਕਿ ਪ੍ਰਮਾਤਮਾ ਦੀ ਰਾਸ ਲੀਲਾ ਹੈ ਨਾ। ਘੜੀਆਂ ਸਭੇ ਗੋਪੀਆਂ, ਜਿੰਨੀਆਂ ਵੀ ਘੜੀਆਂ ਨੇ, ਆ ਘੜੀਆਂ ਦੇ ਅਰਥ ਕਿਤੇ ਆ ਨਾ ਦੂਜੇ ਕਰ ਜਾਓ ਜਿੰਨੀਆਂ ਹੱਥ ਤੇ ਬੰਨੀਆਂ ਨਹੀਂ, ਉਹ ਸਮੇਂ ਦੀ ਵੰਡ। ਉਹ ਸਾਰੀਆਂ ਘੜੀਆਂ ਮੰਨੋ ਗੋਪੀਆਂ ਦੀ ਤਰ੍ਹਾਂ ਨੇ। ਕਿਵੇਂ? ਹੁਣ ਮੰਨ ਲਓ ਅਸੀਂ ਟਾਈਮ ਨੂੰ ਜਦੋਂ ਵੀ ਕਹਾਂਗੇ ਸਕਿੰਟ ਮਿੰਟ ਭੁੱਲਾਂਗੇ ਤੇ ਨਹੀਂ ਨਾ। ਘੜੀ ਵਾਰ-ਵਾਰ ਘੁੰਮ ਰਹੀ ਹੈ, ਚੱਕਰ ਹੈ ਨਾ ਜੀ ਘੜੀ। ਜੇ ਅਸੀਂ ਜੋ ਸਿਸਟਮ ਬਣਾਇਆ ਗਿਆ ਘੜੀ ਦਾ, ਚਲੋ ਦੂਜੀ ਜਿਹੜੀ ਇਲੈਕਟ੍ਰੋਨਿਕ ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਆਹ ਘੜੀ ਘੁੰਮ ਰਹੀ ਹੈ, ਗੋਲ ਹੈ। ਗੁਰੂ ਸਾਹਿਬ ਕਹਿੰਦੇ ਰਾਸ ਮੰਡਲ ਵੀ ਤਾਂ ਗੋਲ ਹੈ। ਇਹ ਸੂਈ ਵਾਰ-ਵਾਰ ਇੱਕ ਦੂਜੇ ਤੋਂ ਭਾਵਾਂ ਕਿ ਲੰਘਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ, ਪਰ ਸਮੇਂ ਦੀ ਗਿਣਤੀ ਮੁਤਾਬਕ ਤਾਂ ਘੁੰਮਦੀ ਪਈ ਏ। ਸਤਿਗੁਰੂ ਕਹਿੰਦੇ ਜਿੰਨੀਆਂ ਘੜੀਆਂ ਘੁੰਮਦੀਆਂ ਪਈਆਂ ਨੇ, ਸੱਚ ਇਹ ਵੇ ਮੇਰੇ ਪਰਮਾਤਮਾ ਦੀ ਰਾਸ ਲੀਲਾ ਵਿੱਚ ਇਹ ਗੋਪੀਆਂ ਨੇ। ਘੜੀਆਂ ਸਭੇ ਗੋਪੀਆਂ। ਅੱਗੇ ਮਹਾਰਾਜ ਕਹਿੰਦੇ ਨੇ ਪਹਿਰ ਕੰਨ ਗੋਪਾਲ। ਪਹਿਰ ਮੈਂ ਅਰਥ ਕਰ ਦਿੱਤੇ ਨੇ। ਅੱਜ ਦੇ ਪਰਿਪੇਖ 'ਚ ਜੇ ਗੁਰਮੁਖੋ ਪਹਿਰ ਅਸੀਂ ਪੁੱਛਣਾ ਜੀ, ਇਹ ਪਹਿਰ ਕਿੰਨੇ ਘੰਟੇ ਦਾ ਹੁੰਦਾ? ਅਸਲ 'ਚ 3 ਘੰਟੇ ਦਾ ਇੱਕ ਪੈਰ ਹੁੰਦਾ ਜੀ। ਭਾਈ ਸਾਹਿਬ ਬੈਠੇ ਨੇ, ਜਦੋਂ ਅਸੀਂ ਕਹਿੰਦੇ ਪਿਛਲ ਪੈਰ, ਕਿਉਂਕਿ ਰਾਤ ਦਾ ਪਿਛਲ ਪੈਰ ਸਿਆਲ ਵਿੱਚ ਕੁਝ ਟਾਈਮ ਇਸ ਨਾਲ ਜੋਖੋਗੇ ਤੇ ਟਾਈਮ ਨਹੀਂ ਬਣੇਗਾ। ਗਰਮੀ 'ਚ ਪੈਰ ਕੁਝ ਹੋਰ ਬਣੇਗਾ। ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ, ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਦੀ ਲੋ ਨਹੀਂ, ਦਿਨ ਦੀ ਲੋ ਚਿੱਟਾਪਨ ਆਉਣ ਤੋਂ ਪਹਿਲਾਂ 3 ਘੰਟੇ ਗਿਣ ਲਵੋ। ਚੇਤੇ ਰੱਖਿਓ ਪਿਛਲ ਪੈਰ ਹੈ। ਸਵਾ ਪੈਰ ਗਿਣੋਗੇ ਤਾਂ ਹੋਰ ਟਾਈਮ ਵਧਾ ਲਓ। 3 ਘੰਟੇ ਜਿਹੜੇ ਨੇ ਉਹ ਇੱਕ ਪੈਰ ਨੇ ਜੀ। ਫਿਰ ਬੇਨਤੀ ਕਰਾਂ, ਕਿਉਂਕਿ 3 ਘੰਟੇ ਹੋਣਗੇ ਤੇ 4 ਪੈਰ ਦਿਨ ਤੇ 4 ਪੈਰ ਰਾਤ, 24 ਘੰਟੇ ਹੋ ਗਏ ਨਾ ਜੀ। ਹੁਣ ਉਹ 3 ਪੈਰ ਜਿਹੜੇ ਨੇ, ਸਤਿਗੁਰੂ ਕਹਿੰਦੇ ਨੇ ਘੜੀਆਂ ਸਭੇ ਗੋਪੀਆਂ, ਪੈਰ ਕੰਨ ਗੋਪਾਲ। 8 ਪੈਰ ਜਿਹੜੇ ਨੇ ਇਹ ਕੰਨ ਦਾ ਅਰਥ ਕ੍ਰਿਸ਼ਨ ਤੇ ਗੋਪਾਲ ਦਾ ਅਰਥ ਇੱਥੇ ਕ੍ਰਿਸ਼ਨ ਨਹੀਂ ਕਰਾਂਗੇ, ਕਿਉਂਕਿ ਗੋਪੀਆਂ ਤੇ ਗੋਪੇ ਜਿਨ੍ਹਾਂ ਨੂੰ ਗਵਾਲੇ ਕਿਹਾ ਜਾਂਦਾ ਹੈ। ਉਂਝ ਗੋਪਾਲ ਦਾ ਆਖਰੀ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ, ਪਰ ਇੱਥੇ ਗੋਪਾਲ ਦਾ ਅਰਥ ਕੀਤਾ ਗਿਆ ਕੰਨ ਗੋਪਾਲ ਕ੍ਰਿਸ਼ਨ ਔਰ ਉਸ ਦੇ ਗੋਪੇ। ਗੋਪੇ ਮੀਨਸ ਉਹਦੇ ਸਾਥੀ, ਉਹਦੇ ਸਖੇ, ਉਹਦੇ ਮਿੱਤਰ ਜਿਹੜੇ ਰਾਸ ਲੀਲਾ ਸ਼ਾਮਲ ਨੇ। ਸਤਿਗੁਰੂ ਕਹਿੰਦੇ ਨੇ ਜਿੰਨਾ ਟਾਈਮ ਦੀਆਂ ਘੜੀਆਂ ਨੇ ਇਹ ਗੋਪੀਆਂ ਨੇ। ਜਿੰਨੇ ਵੀ ਪੈਰ ਨੇ ਸਾਡੇ ਜ਼ਿੰਦਗੀ ਦੇ ਲੰਘਦੇ ਪਏ ਪਿਆਰਿਓ, ਆਉਂਦੇ ਨੇ ਲੰਘ ਜਾਂਦੇ ਨੇ। ਤੁਸੀਂ ਦੇਖੋ ਰਾਸ ਮੰਡਲ ਕੈਸਾ। ਹੁਣ ਕੋਈ ਗੋਲ ਦਾਇਰੇ 'ਚ ਖੇਲ ਕਰ ਰਿਹਾ ਰਾਸ ਲੀਲਾ। ਕ੍ਰਿਸ਼ਨ ਦੇ ਸਾਹਮਣੇ ਇੱਕ ਆਇਆ, ਉਹ ਨੱਚਦਾ ਚਲਾ ਗਿਆ, ਦੂਜਾ ਆਇਆ ਚਲਾ ਗਿਆ। ਤੇ ਇਸ ਤਰ੍ਹਾਂ ਹੀ ਚੱਕਰ ਹੈ ਨਾ। ਮੈਂ ਥੋੜੇ ਜਿਹੇ ਗਹਿਰੇ ਦੇ ਅਰਥ ਕਰਨੇ ਚਾਹੁੰਦਾ, ਸਿੱਧੇ ਨੇ। ਹਰ ਸਮਾਂ ਜਿਹੜਾ ਆਇਆ ਅੱਗੇ ਨਿਕਲ ਗਿਆ। ਸਤਿਗੁਰੂ ਕਹਿੰਦੇ ਨੇ ਤੇਰੇ ਜ਼ਿੰਦਗੀ ਦੀਆਂ ਜਿੰਨੀਆਂ ਘੜੀਆਂ ਨੇ ਆ ਬਾਹਰ ਬਣੀਆਂ ਹੋਈਆਂ, ਇਹ ਗੋਪੀਆਂ ਨੇ। ਜਿੰਨੇ ਪੈਰ ਨੇ ਇਹ ਗੋਪੇ ਕ੍ਰਿਸ਼ਨ ਦੇ ਸਖੇ ਨੇ, ਕਿਉਂਕਿ ਇਹ ਵੀ ਚੱਕਰ ਵਿੱਚ ਆਏ ਹੋਏ ਆਉਂਦੇ ਨੇ ਤੇ ਅੱਗੋਂ ਫਿਰ ਚਲੇ ਜਾਂਦੇ ਨੇ। ਆਏ ਤੇ ਚਲੇ ਗਏ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਇਹਦਾ ਪਾਠ ਗੋਪਾਲ ਨਹੀਂ ਕਰਨਾ, ਗੱਗੇ ਨੂੰ ਔਂਕੜ ਲਾ ਕੇ ਨਹੀਂ ਕਰਨਾ, ਹੋੜਾ ਲੱਗਾ ਗੋਪਾਲ। ਇਹ ਸਾਰੇ ਗੋਪੇ ਨੇ ਪਹਿਰੇ। ਮਹਾਰਾਜ ਕਹਿੰਦੇ ਨੇ ਗਹਿਣੇ ਪਾਉਣ, ਪਾਣੀ ਬੈਸੰਤਰ। ਕਹਿੰਦੇ ਨੇ ਹੁਣ ਜਦੋਂ ਸਾਂਗ ਰਾਸ ਲੀਲਾ ਕਰਦੇ ਨੇ ਉਦੋਂ ਉਹਨਾਂ ਨੂੰ ਗਹਿਣਿਆਂ ਦੀ ਲੋੜ ਪੈਂਦੀ। ਅੱਜ ਕੱਲ੍ਹ ਦੀਆਂ ਪਿਕਚਰਾਂ ਕਹਿ ਲਓ, ਮੰਨ ਲਓ ਕੋਈ ਮੂਵੀ ਬਣਾਉਂਦਾ ਹੈ ਨਾ, ਉਹਨੂੰ ਕੱਪੜੇ ਵੀ ਲਿਆਉਣੇ। ਜੇ ਰਾਜੇ ਦੇ ਕੱਪੜੇ ਬਣਾਉਣੇ ਨੇ ਤੇ ਰਾਜਿਆਂ ਵਾਲੀ ਪੁਸ਼ਾਕ ਬਣਾਉਣੀ ਪੈਗੀ, ਰਾਜਾ ਬਣਾਉਣੇ। ਕੰਨਾਂ ਦੇ ਵਾਲੇ ਲੈਣੇ ਪੈਂਦੇ ਨੇ, ਕਈਆਂ ਨੂੰ ਨਕਲੀ ਕੇਸ ਲਾਉਂਦੇ ਨੇ, ਕਈ ਨਕਲੀ ਤਰ੍ਹਾਂ ਦੇ ਚਿਹਰੇ ਬਣਾਉਂਦੇ ਨੇ। ਸਤਿਗੁਰੂ ਕਹਿੰਦੇ ਨੇ ਇਹ ਘੜੀਆਂ ਗੋਪੀਆਂ ਨੇ, ਪੈਰ ਜਿਤਨੇ ਨੇ ਇਹ ਕ੍ਰਿਸ਼ਨ ਦੇ ਸਖੇ ਨੇ। ਤੇ ਇਹਨਾਂ ਦੇ ਗਹਿਣੇ ਕੀ ਨੇ? ਗਹਿਣੇ ਪਾਉਣ, ਪਾਣੀ ਬੈਸੰਤਰ। ਇਹ ਸਤਿਗੁਰਾਂ ਨੇ ਸ਼ਬਦ ਵਰਤੇ।
ਚੰਦ ਸੂਰਜ ਅਵਤਾਰ। ਕਮਾਲ ਕਰ ਦਿੱਤੀ ਸਤਿਗੁਰਾਂ ਨੇ। ਮੈਂ ਥੋੜ੍ਹੇ ਜਿਹੇ ਅਰਥ ਆਮ ਟੀਕਾਕਰਨ ਤੋਂ ਹਟ ਕੇ ਕਰਾਂਗਾ, ਜਿੱਥੇ ਤੁਸੀਂ ਮੈਨੂੰ ਸਲਾਹ ਦਿਓਗੇ ਮੈਂ ਮੰਨਾਂਗਾ। ਮੇਰੇ ਮਨ 'ਚ ਅੱਜ ਆਇਆ, ਦੋ ਸ਼ਬਦ ਵਰਤੇ ਨੇ, ਚੰਦ ਸੂਰਜ ਅਵਤਾਰ। ਤੇ ਅਗਲੇ ਸ਼ਲੋਕ 'ਚ ਵੀ ਕ੍ਰਿਸ਼ਨ, ਅੱਗੇ ਜਦੋਂ ਸ਼ਲੋਕ ਹੋਣਾ ਤੇ ਰਾਜਾ ਰਾਮ ਜੀ ਦਾ ਜ਼ਿਕਰ। ਚੰਦ ਸੂਰਜ ਅਵਤਾਰ ਕਿਉਂ? ਕਿਉਂਕਿ ਜਦੋਂ ਤੁਸੀਂ ਕ੍ਰਿਸ਼ਨ ਜੀ ਦੇ ਇਤਿਹਾਸ ਨੂੰ ਪੜ੍ਹੋਗੇ, ਉਹ ਚੰਦਰਬੰਸੀ ਨੇ। ਜਦੋਂ ਰਾਮਚੰਦਰ ਜੀ ਦੀ ਤਵਾਰੀਖ ਪੜ੍ਹੋਗੇ ਤੇ ਉਹ ਸੂਰਜਬੰਸੀ ਨੇ। ਸਤਿਗੁਰੂ ਕਹਿੰਦੇ ਨੇ ਇੱਕ ਕ੍ਰਿਸ਼ਨ ਦੀ ਰਾਸ ਲੀਲਾ ਕਰ ਰਿਹਾ ਹੈ, ਦੂਜਾ ਰਾਮਚੰਦਰ ਜੀ ਦੀ ਰਾਮ ਲੀਲਾ ਕਰ ਰਿਹਾ ਹੈ। ਕਹਿੰਦੇ ਨੇ ਆਹ ਦੇਖੋ, ਸੂਰਜ ਤੇ ਚੰਦਰਮਾ ਰੱਬ ਨੇ ਦੋ ਅਵਤਾਰ ਬਣਾ ਦਿੱਤੇ ਨੇ। ਆ ਜਿੰਨੇ ਵੀ ਸਮਾਂ ਇਹਦੀ ਚਾਰ ਚੁਫੇਰੇ ਪਰਿਕਰਮਾ ਕਰਨ ਵਾਲਾ, ਇਹ ਰੱਬ ਦੀ ਰਚੀ ਹੋਈ ਰਾਸ ਵਿੱਚ ਗੋਪੀਆਂ ਗਵਾਲੇ ਨੇ। ਹੁਣ ਇਹਨਾਂ ਦੇ ਗਹਿਣੇ ਕੀ ਨੇ? ਪੌਣ, ਪਾਣੀ, ਬੈਸੰਤਰ। ਧਿਆਨ ਨਾਲ ਸੁਣਿਓ। ਪਾਣੀ, ਇਹਦਾ ਸੱਜਣਾ ਨੇ ਅਰਥ 12 ਮਹੀਨਿਆਂ ਨਾਲ ਕੀਤਾ। ਕਹਿੰਦੇ ਨੇ ਜਦੋਂ ਪਾਣੀ ਵਰਸਦਾ ਹੈ, ਬਾਰਿਸ਼ ਹੁੰਦੀ ਹੈ, ਚਮਾਸੇ ਇਸ ਤਰ੍ਹਾਂ ਚਮਾਸਾ 3-3 ਮਹੀਨਿਆਂ ਦੇ, 4-4 ਮਹੀਨੇ ਇਕੱਠੇ ਕਰ ਲਓ, 3 ਬਣ ਗਈਆਂ, ਬਣਾ ਲਓ, ਚਮਾਸਾ ਬਣ ਗਿਆ। ਚਮਾਸਾ ਮੀਨਸ 4 ਮਹੀਨੇ। ਇਹ ਤੇ ਸ਼ਬਦ ਵਰਤੇ ਨੇ, ਪੌਣ, ਪਾਣੀ, ਬੈਸੰਤਰ। ਕਦੀ ਸਮਾਂ ਆਉਂਦਾ 4 ਮਹੀਨੇ ਠੰਡੀ ਹਵਾ ਰੁਮਕਦੀ ਪਈ, ਇਹ ਰੱਬ ਦਾ ਗਹਿਣਾ ਹੈ। ਕਦੀ ਸਮਾਂ ਆਉਂਦਾ ਹੈ ਜਦੋਂ ਮੀਂਹ ਪੈਂਦਾ ਹੈ। ਮੈਂ ਦੇਖੋ ਅਰਥ ਹਟ ਕੇ ਕਰ ਰਿਹਾ। ਜਦੋਂ ਮੀਂਹ ਪੈਂਦਾ ਰੱਬ ਦੇ ਬਣਾਏ ਹੋਏ ਸਮੇਂ ਅਨੁਸਾਰ, ਜਦੋਂ ਰੱਜ ਕੇ ਬਾਰਿਸ਼ ਪੈਂਦੀ ਹੈ, ਇਹ ਵੀ ਰੱਬ ਦੀਆਂ ਗੋਪੀਆਂ ਤੇ ਜਿਹੜੇ ਗਵਾਲੇ ਨੇ ਉਹਨਾਂ ਦੇ ਗਹਿਣੇ ਨੇ। ਗਹਿਣੇ, ਪੌਣ, ਪਾਣੀ, ਬੈਸੰਤਰ। ਆ ਨਹੀਂ ਸਮਝ ਸਕਣਾ, ਆਪਾਂ ਹੋ ਗਏ ਥੋੜ੍ਹੇ ਜਿਹੇ ਰੁੱਖੇ। ਅਸੀਂ ਰੁੱਖ ਨਾਲ ਤਾਂ ਕਦੀ ਗੱਲ ਹੀ ਨਹੀਂ ਕੀਤੀ। ਫਿਰ ਬੇਨਤੀ ਇਹ ਨਹੀਂ ਮੈਂ ਕਿ ਰੁੱਖ ਦੀ ਪੂਜਾ ਕਰ ਰਿਹਾ, ਕਦੀ ਰੁੱਖ ਨੂੰ ਸੋਚਿਆ ਮੇਰੇ ਵਿਹੜੇ 'ਚ ਲੱਗਾ ਰੁੱਖ ਮੇਰੀਆਂ ਗੱਲਾਂ ਸੁਣਦੇ ਆ। ਹਾਲਾਂਕਿ ਸਿੱਧ ਹੋ ਚੁੱਕਾ। ਮੈਂ ਐਡਮਿੰਟਨ ਸੀ, ਉੱਥੇ ਇੱਕ ਬਹੁਤ ਸਿਆਣੇ ਸਾਡੇ ਸਾਇੰਟਿਸਟ ਨੇ ਜੀ, ਗੁਰਮੁਖ ਵੀਰ, ਬੜੀ ਭਾਵਨਾ ਵਾਲੇ, ਨਾਮ ਅਭਿਆਸੀ। ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਮੈਨੂੰ ਕਹਿੰਦੇ ਨੇ, ਭਾਈ ਸਾਹਿਬ ਐਵੇਂ ਸਰੋਵਰਾਂ ਨੂੰ ਕਰਮਕਾਂਡ ਕਰਕੇ ਖੰਡਨ ਨਾ ਕਰਨ ਦਿਓ। ਮੈਂ ਚੁੱਪ ਕਰ ਗਿਆ। ਕਹਿੰਦੇ ਨੇ ਅਸਲ 'ਚ ਪਾਣੀ ਬੜੀ ਵੱਡੀ ਤੱਤ ਹੈ, ਜੀਵ ਹੈ, ਪਾਣੀ ਜਿੰਦ ਹੈ। ਕਹਿੰਦਾ ਮੈਂ ਕਿਤਾਬ ਲਿਖ ਰਿਹਾ ਕਿ ਜਿਸ ਪਾਣੀ ਦੇ ਉੱਪਰ ਨਿਰੰਤਰ ਗੁਰੂ ਕੀ ਬਾਣੀ ਪੜੀ ਜਾਏਗੀ, ਉਹ ਪਾਣੀ ਪੀਣ ਵਾਲੇ ਦਾ ਵੀ ਅੰਦਰ ਜਿਹੜਾ ਟਿਕ ਜਾਏਗਾ। ਕਹਿੰਦਾ ਅੰਨ ਇੱਕ ਜ਼ਿੰਦਗੀ ਹੈ। ਫਿਰ ਧਿਆਨ ਨਾਲ ਸੁਣਿਓ। ਅੰਨ, ਜਦੋਂ ਅਸੀਂ ਰੋਟੀ ਖਾਂਦੇ ਹਾਂ, ਸੁੱਕੀ ਹੋਈ ਰੋਟੀ ਨਿਰਜਿੰਦ ਨਹੀਂ। ਜੇ ਇਹ ਨਿਰਜਿੰਦ ਹੋਵੇ ਤੇ ਸਾਡੇ 'ਚ ਖੂਨ ਕਿਉਂ ਬਣੇ? ਤੁਸੀਂ ਤਪਾ ਵੀ ਦਿੱਤਾ, ਪਕਾ ਵੀ ਦਿੱਤਾ, ਪਰ ਖਾਂਦਿਆਂ ਫਿਰ ਲੋ ਬਣਾਉਂਦੀ ਪਈ ਨਹੀਂ। ਉਹ ਕਹਿੰਦੇ ਜੇ ਅੰਨ ਉੱਤੇ ਵੀ ਗੁਰੂ ਕੀ ਬਾਣੀ ਪੜੀ ਜਾਏਗੀ, ਸੱਚੇ ਵੇ ਅੰਨ ਬੜੀ ਛੇਤੀ ਸ਼ਬਦ ਦਾ ਅਸਰ ਕਬੂਲੇਗਾ। ਤੇ ਮੈਨੂੰ ਉਦੋਂ ਯਾਦ ਆ ਗਿਆ, ਗੁਰੂ ਨਾਨਕ ਨੇ ਮਲਕ ਭਾਗੋ ਦੇ ਘਰ ਕਿਉਂ ਨਾ ਰੋਟੀ ਖਾਧੀ? ਉਹ ਸਮਰੱਥ ਨੇ। ਅਸੀਂ ਨਹੀਂ ਜੇ ਪੁੱਛਦੇ ਸੱਚੀ ਗੱਲ, ਝੂਠ ਅਸੀਂ ਕਿਉਂ ਬੋਲੀਏ ਸਟੇਜ ਤੇ ਬੈਠੇ? ਅਸੀਂ ਕਦੀ ਨਹੀਂ ਪੁੱਛਦੇ ਤੇਰੀ ਕਿਰਤ ਕੀ ਹੈ। ਪਰ ਬਾਬਾ ਜਿਹਦੇ ਵਿਹੜੇ ਜਾਂਦਾ ਸੀ, ਪਹਿਲਾਂ ਕਹਿੰਦਾ ਸੀ, ਦੱਸ ਤੂੰ ਰੋਟੀ ਕਮਾਈ ਕਿਹਦੇ ਨਾਲ ਹੈ? ਤੇਰੀ ਕਿਰਤ ਕੀ ਹੋਏ? ਅਸੀਂ ਨਹੀਂ ਪੁੱਛਦੇ, ਕਿਉਂਕਿ ਸਾਡੇ ਵਾਸਤੇ ਤਾਂ ਲਿਫਾਫੇ ਸਭ ਕੁਝ। ਬਖਸ਼ ਦਿਆ ਜੇ ਮੈਨੂੰ, ਸੱਚਾਈ ਮੰਨ ਲੈਣੀ ਚਾਹੀਦੀ ਹੈ। ਜੇ ਕਿਤੇ ਚੰਗੀ ਕਿਰਤ ਵਾਲਾ ਸੁੱਕੀ ਰੋਟੀ ਉੱਤੇ ਇੱਕ ਬੀਬੀ ਭੈਣ ਬੰਦਗੀ ਕਰੇ, ਮੈਂ ਕਹਿੰਦਾ ਉਹਦੇ ਪਰਿਵਾਰ ਦੇ ਜੀਆਂ ਦਾ ਸੁਭਾਅ ਚੇਂਜ ਹੋ ਜਾਏਗਾ। ਹੁਣ ਨਹੀਂ ਰਿਹਾ, ਕਿਉਂਕਿ ਅਸੀਂ ਡਾਂਗ ਲੈ ਕੇ ਪੈ ਗਏ ਪਿੱਛੇ, ਰੂਹਾਨੀਅਤ ਪਿੱਛੇ ਜਿੰਨੇ ਅਸੀਂ ਪਏ ਹਾਂ। ਵਾਹਿਗੁਰੂ ਸਾਨੂੰ ਬਚਾ ਲੈ। ਨਾਮ ਨਾ ਜਪੋ, ਗੱਲ ਵੱਖਰੀ ਹੈ, ਪਰ ਇਹ ਤੇ ਨਾ ਖੰਡਨ ਨਾ ਕਰੋ, ਸਿਮਰਨ ਹੁੰਦਾ ਨਹੀਂ, ਨਾਮ ਹੁੰਦਾ ਨਹੀਂ। ਮੈਂ ਬਾਪ ਨੂੰ ਪਿਆਰ ਨਹੀਂ ਕਰਦਾ, ਪਰ ਮੈਂ ਇਹ ਤਾਂ ਅੰਦਰੋਂ ਮੰਨਣਾ ਮੇਰਾ ਬਾਪ ਹੈ। ਜੇ ਮੈਂ ਹੈ ਮੰਨਾਂਗਾ, ਨਹੀਂ ਪਿਆਰ ਕਰਦਾ, ਹੈ ਕਹਾਂਗਾ, ਤਾਂ ਵੀ ਮੇਰੇ ਤੇ ਕਿਰਪਾ ਕਰੇਗਾ। ਤੇ ਜਿਹੜਾ ਬਾਪ ਨੂੰ ਮੰਨਣ ਤੋਂ ਇਨਕਾਰ ਕਰਦਾ, ਉਸ ਬੰਦੇ ਦਾ ਬਣੇਗਾ ਕੀ? ਮੇਰੀ ਬੇਨਤੀ ਹੈ, ਪੁਰਾਤਨ ਸਮੇਂ ਜੀ ਆ ਲੰਗਰ 'ਚ ਕਿਉਂ ਸਤਿਨਾਮ ਵਾਹਿਗੁਰੂ ਕਿਹਾ ਜਾਂਦਾ? ਪਰ ਇਹ ਮੇਰਾ ਵਿਸ਼ਾ ਨਹੀਂ। ਕਦੀ ਮੌਕਾ ਮਿਲਿਆ, ਅੰਨ, ਮਨ ਤੇ ਤਨ ਤੇ ਚੌਥੀ ਆਤਮਾ ਸੀ, ਤਿੰਨਾਂ ਦੀ ਗੱਲ ਇੱਕ ਦਿਨ ਕਰਾਂਗੇ। ਤੁਸੀਂ ਲੰਗਰ 'ਚ ਫੁਲਕਾ ਤੇ ਦਾਲ ਰੱਖ ਦਿਓ, ਫੁਲਕੇ ਤੇ ਥੱਲੇ ਮਿੱਟੀ ਪਈ ਹੈ, ਸੜਕ ਤੇ ਲੱਗਾ ਹੋਇਆ ਲੰਗਰ ਗੁਰੂ ਕਾ ਸਤਿਨਾਮ ਵਾਹਿਗੁਰੂ ਕਹਿ ਕੇ ਪੱਕਿਆ ਹੋਇਆ ਪ੍ਰਸ਼ਾਦਾ ਜਦੋਂ ਮੂੰਹ 'ਚ ਪਾਉਂਦੇ ਹਾਂ, ਅਸੀਂ ਕਹਿੰਦੇ ਹਾਂ ਸਵਾਦ ਆ ਗਿਆ। ਇਹਦੇ ਸਾਹਮਣੇ ਰੈਸਟੋਰੈਂਟ ਕੀ ਹੋਣਾ?
ਚੇਤੇ ਰੱਖਿਓ, ਉਸ ਦਾਲ ਦੇ ਦਾਣਿਆਂ ਵਿੱਚ ਮੇਰੇ ਗੁਰੂ ਦੀ ਆਵਾਜ਼ ਸਮੋਈ ਹੋਈ। ਪੁਰਾਤਨ ਸਮੇਂ ਸਾਡੇ ਗੁਰਸਿੱਖ ਜੀ ਜਦੋਂ ਘਰ 'ਚ ਹੱਥ ਵਾਲੀਆਂ ਚੱਕੀਆਂ ਸਨ ਨਾ ਬੀਬੀਓ ਭੈਣੋ, ਉਦੋਂ ਜਿਵੇਂ ਹੁਣ ਤਾਂ ਸਭ ਕੁਝ ਛਣਿਆ ਆ ਜਾਂਦਾ ਨਾ, ਆਪਾਂ ਛੱਟਦੇ ਸਾਂ, ਚੌਲ ਛੱਟਣੇ, ਚਣੇ ਛੱਟਣੇ। ਉਹ ਕੀ ਕਰਦੀਆਂ ਸਨ ਕਿ ਵੇਲੀਆਂ ਬਹਿਣਾ ਨਾ, ਤੇ ਇਹ ਭਾਂਡੇ 'ਚੋਂ, ਮਿੱਟੀ ਦੇ ਭਾਂਡੇ ਸਨ, ਉਹਨਾਂ ਕਹਿਣਾ ਕੁੜੀਓ ਇੱਕ ਕੰਮ ਕਰੋ, ਲਓ ਥਾਲੀ 'ਚ ਛੋਲੇ ਪਾ ਲਓ ਤੇ ਇੱਕ ਇੱਕ ਦਾਣੇ ਉੱਤੇ ਇੱਕ ਇੱਕ ਮੂਲ ਮੰਤਰ ਦਾ ਪਾਠ ਕਰੋ। ਹੁਣ ਉਹ ਦਾਣਾ, ਇਹਨੂੰ ਤਵੀਤਾਂ ਧਾਗਿਆਂ ਨਾਲ ਨਾ ਲੈ ਜਾਇਓ, ਇੱਕ ਇੱਕ ਦਾਣੇ ਤੇ ਜਦੋਂ ਗੁਰੂ ਪੜਿਆ ਗਿਆ, ਉਸ ਦਾਣੇ 'ਚ ਇੱਕ ਜਿੰਦ ਸੀ। ਅੰਨ ਵਿੱਚ ਐਨਰਜੀ ਹੈ। ਜੇ ਅੰਨ ਨਾ ਹੋਵੇ ਤੇ ਮਾਂ ਦਾ ਖੂਨ ਨਹੀਂ ਬਣਦਾ, ਅੰਨ ਨਾ ਹੋਵੇ ਤੇ ਪਿਤਾ ਦਾ ਬਿੰਦ ਨਹੀਂ ਬਣਦਾ। ਉਸ ਦਾਣੇ ਤੇ ਗੁਰੂ ਗੁਰੂ ਜਪਿਆ ਜਾਣਾ, ਤੇ ਜਦੋਂ ਉਹ ਦਾਣਾ ਸੁੱਕੀ ਰੋਟੀ ਵੀ ਖਾਈ ਜਾਣੀ, ਕਹਿਣਾ ਸਵਾਦ ਆ ਗਿਆ। ਸ਼ਾਇਦ ਇਹੀ ਕਾਰਨ ਗੁਰਦੇਵ ਦਾ ਇੱਕ ਬੋਲ ਹੈ, ਸੰਤਨ ਕਾ ਦਾਨਾ ਰੂਖਾ, ਪਰ ਉਸ ਸੰਤ ਦੇ ਦਾਣੇ ਤੇ ਗੁਰੂ ਜਪਿਆ ਗਿਆ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਫਿਰ ਬੇਨਤੀ ਸੁਣਿਓ, ਮੈਂ ਜਿਹੜੀ ਅਰਜ਼ ਕਰ ਲੱਗਾ ਵਾਂ, ਪਰ ਕਰਨ ਤੋਂ ਦੂਰ ਨਹੀਂ ਜਾਵਾਂਗਾ। ਪਰਮਾਤਮਾ ਦੀ ਰਚੀ ਹੋਈ ਇਸ ਰਚਨਾ ਵਿੱਚ ਮੈਂ ਫਿਰ ਆਪਣੇ ਸਬਜੈਕਟ ਤੇ ਆਵਾਂ ਕਿ ਉਹਦੀ ਰਾਸ ਲੀਲਾ ਹੋ ਰਹੀ ਹੈ। ਸਤਿਗੁਰੂ ਕਹਿੰਦੇ ਨੇ, ਆ ਪਰਮਾਤਮਾ ਦੇ ਗਹਿਣੇ ਦੇਖੋ ਕੀ ਨੇ ਰਾਸ ਲੀਲਾ ਦੇ। ਉਹਦੀ ਰਚਨਾ 'ਚ ਜਦੋਂ ਕਿਤੇ ਠੰਡ ਪੈਂਦੀ ਹੈ, ਬਰਫ਼ ਪੈਂਦੀ ਹੈ, ਚਲੋ ਇੱਥੇ ਮੰਨ ਲਓ ਬਰਫ਼ ਕਿਤੇ ਦੂਰ ਪਈ, ਗਹਿਣੇ ਚਮਕਦੇ ਪਏ, ਇਹੀ ਅਰਥ ਹੋਣਗੇ। ਅਸੀਂ ਠੰਡੀ ਹਵਾ ਚੱਲੇਗੀ ਕਹਾਂਗੇ ਮੌਸਮ ਬੜੇ ਕਮਾਲ ਦਾ ਹੈ, ਪਰ ਗੁਰੂ ਚੱਲਦੀ ਹੋਈ ਹਵਾ ਨੂੰ ਵੀ ਕਹੇਗਾ ਕਿ ਮੇਰੇ ਪਰਮਾਤਮਾ ਦੀ ਰਾਸ ਲੀਲਾ ਵਿੱਚ ਇਹ ਗਹਿਣੇ ਨੇ ਜਿਹੜੇ ਗਵਾਲਿਆਂ ਨੇ ਪਾਏ ਨੇ। ਘੜੀਆਂ ਸੱਬੇ ਕੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਜਦੋਂ ਸੁਰਤ ਨੂੰ ਉਠਾਵਾਂਗੇ, ਮੇਰੀ ਬੇਨਤੀ ਹੈ, ਇਹ ਜੋ ਪ੍ਰਕਿਰਤੀ 'ਚ ਬਣਿਆ ਕੁਛ ਵੀ ਮਾੜਾ ਨਹੀਂ, ਪਰ ਆਪਾਂ ਤਾਂ ਨਹੀਂ ਇਸ ਚੀਜ਼ ਨੂੰ ਇੰਨਾ ਲਾਇਕ ਕਿ ਅਸੀਂ ਘੁੱਟ ਗਏ। ਮੇਰਾ ਗੁਰੂ ਕੱਲਾ ਗੁਰਦੁਆਰੇ 'ਚ ਨਹੀਂ, ਗੁਰਦੁਆਰੇ ਤਾਂ ਆਉਂਦੇ ਆ ਕਿ ਅਸੀਂ ਗੁਰੂ ਨੂੰ ਬਾਹਰ ਲਿਜਾ ਸਕੀਏ। ਫਿਰ ਸੁਣਿਓ, ਇਹਦਾ ਮਤਲਬ ਇਹ ਨਹੀਂ ਬਾਹਰ ਲੈ ਜਾਣ ਦਾ, ਸਰੂਪ ਬਾਹਰ ਲੈ ਜਾਣਾ। ਗੁਰਦੁਆਰੇ ਅਸੀਂ ਤਾਂ ਆਉਂਦੇ ਹਾਂ, ਸਾਨੂੰ ਇਹ ਅਨੁਭਵ ਦੇ, ਅਸੀਂ ਫੈਕਟਰੀ ਵਿੱਚ ਕੰਮ ਕਰੀਏ ਪਰ ਮੇਰਾ ਗੁਰੂ ਨਾਨਕ ਮੇਰੇ ਨਾਲ ਖਲੋਤਾ ਹੋਵੇ। ਮੈਂ ਜਹਾਜ਼ ਵਿੱਚ ਉੱਡਾਂ, ਮੇਰਾ ਗੁਰੂ ਮੇਰੇ ਨਾਲ ਹੋਵੇ। ਬਸ ਆਹ ਜਿਹੜਾ ਸ਼ਲੋਕ ਹੈ ਇਹ ਸੀਮਾ 'ਚ ਨਹੀਂ ਵੱਜੇਗਾ। ਫਿਰ ਬੇਨਤੀ ਕਰਾਂ, ਇਹਨੂੰ ਅਮਰੀਕਾ ਚਰਤ ਕਰ ਲਓ, ਇਹਨੂੰ ਕੈਨੇਡਾ ਚਰਤ ਕਰ ਲਓ। ਰਵਿੰਦਰਨਾਥ ਟੈਗੋਰ ਦਾ ਸ਼ਾਂਤੀ ਨਿਕੇਤਨ ਮੈਂ ਬੁਗਾਲ 'ਚ ਜਾਣਾ ਜੀ। ਆ ਜਿਹੜਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਨਾ, ਮਸਕੀਨ ਸਾਹਿਬ ਕਹਿੰਦੇ ਸਨ ਫੱਟੀ ਤੇ ਲਿਖ ਕੇ ਲਾਇਆ ਹੋਇਆ ਉਹਨਾਂ ਨੇ। ਟੈਗੋਰ ਕਹਿੰਦਾ ਸੀ ਇੰਨੇ ਕਮਾਲ ਦੀ ਰਚਨਾ ਹੈ। ਉਹ ਕਵੀ ਸੀ। ਉਹ ਕਹਿੰਦੇ ਦੁਨੀਆ ਦੇ ਲੋਗੋ, ਜੇ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਧਰਾਤਲ ਦੇ ਨਾਮ ਤੇ ਦੀਵਾਰਾਂ ਨੂੰ ਤੋੜ ਕੇ ਸਿਰਫ ਇੱਕ ਕਾਦਰ ਤੇ ਕਰਤੇ ਦੀ ਗੱਲ ਕਰਨ ਵਾਲੀ ਕੋਈ ਰਚਨਾ ਹੈ ਤੇ ਗੁਰੂ ਨਾਨਕ ਦੀ ਰੱਬ ਦੀ ਕੀਤੀ ਹੋਈ ਆਰਤੀ ਹੈ। ਇਹ ਹਰ ਤਰ੍ਹਾਂ ਇਹ 'ਚ ਕੋਈ ਸਿੱਖ ਦਾ ਜ਼ਿਕਰ ਹੈ। ਇੱਥੇ ਦੇਖੋ ਗੱਲ ਕਹੀ, ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕੋ। ਫਿਰ ਬੇਨਤੀ ਹੈ, ਘੜੀਆਂ ਜਿਤਨੀਆਂ ਨੇ, ਟਾਈਮ ਜਿਹੜਾ ਘੁੰਮ ਰਿਹਾ ਇਹ ਗੋਪੀਆਂ ਨੇ, ਕਿਉਂਕਿ ਗੋਪੀਆਂ ਗੋਲ ਗਦਾਰੇ 'ਚ ਘੁੰਮਦੀਆਂ ਨੇ। ਅਸੀਂ ਪੇਂਡੂ ਸ਼ਬਦ ਵਰਤਨੇ ਗੋਲ ਗਤਾਰਾ, ਪਰ ਹੈ ਤਾਂ ਗੋਲ ਦਾਇਰਾ ਹੀ ਨਾ। ਪਰ ਉਹ ਵੀ ਸ਼ਬਦ ਜਿਹੜੇ ਅਸ਼ੁੱਧ ਸਨ ਉਹ ਵੀ ਬੜੇ ਚੰਗੇ ਸਨ, ਉਹਨਾਂ ਦਾ ਆਪਣਾ ਸਵਾਦ ਸੀ। ਜਿੰਨੀਆਂ ਘੜੀਆਂ ਨੇ ਇਹ ਮੰਨ ਲਓ ਸਕਿੰਟ ਘੁੰਮ ਰਹੇ ਨੇ, ਇਹ ਗੋਪੀਆਂ ਨੇ। ਘੰਟੇ ਨੇ ਮੰਨ ਲਓ ਅੱਜ ਇਹ ਰੱਬ ਦੇ ਬਣਾਏ ਹੋਏ ਕ੍ਰਿਸ਼ਨ ਦੇ ਸਖੇ ਨੇ, ਘੁੰਮ ਰਹੇ ਨੇ। ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਆ ਚੰਦਰਮਾ ਤੇ ਸੂਰਜ ਮੰਨ ਲਓ ਰੱਬ ਦੇ ਅਵਤਾਰ ਨੇ ਉਹਦੀ ਰਾਸ ਲੀਲਾ 'ਚ। ਸਤਿਗੁਰੂ ਕਹਿੰਦੇ ਨੇ ਅੱਗੇ, ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਸਗਲੀ ਧਰਤੀ ਜਿੰਨੀ ਜ਼ਮੀਨ ਹੈ, ਇਸ ਜ਼ਮੀਨ ਤੇ ਜਿੰਨਾ ਮਾਲ ਤੇ ਧਨ ਹੈ। ਹੁਣ ਇਹਨੂੰ ਦੇਖਿਓ, ਕਮਾਲ ਦੇ ਅਰਥ, ਸੁਰਤ ਕੈਸੀ ਚੁੱਕੀ ਬਾਬਾ ਜੀ ਨੇ। ਹੁਣ ਜਦੋਂ ਸਟੇਜ ਤੇ ਕੋਈ ਕਰੈਕਟਰ ਜਾਂ ਕੋਈ ਐਕਟਰ ਕਰਦਾ ਹੈ, ਖੇਡ ਕਰਦਾ ਹੈ, ਉੱਥੇ ਮਰਦੇ ਵੀ ਨੇ। ਇਸ ਤਰ੍ਹਾਂ ਹੈ ਨਾ ਜੀ, ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਨੇ, ਇੱਕ ਦੂਜੇ ਨੂੰ ਭੈੜਾ ਵੀ ਬੋਲਦੇ ਨੇ, ਇੱਕ ਦੂਜੇ ਦੇ ਵਿਰੋਧ ਵਿੱਚ ਵਾਰ ਵੀ ਕਰਦੇ ਨੇ। ਉਹ ਕਿਉਂ? ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਮਿੱਥੀਆਂ ਹੋਈਆਂ ਚੀਜ਼ਾਂ ਬਣਾਈਆਂ ਨੇ। ਮੰਨ ਲਓ ਕੋਈ ਪੈਸੇ ਤੇ ਕਬਜ਼ਾ ਕਰ ਰਿਹਾ, ਨਕਲੀ ਖੇਡ ਹੈ ਨਾ। ਸਤਿਗੁਰੂ ਕਹਿੰਦੇ ਨੇ ਉਹ ਨਕਲੀ ਰਾਸ ਅਸਲੀ ਰਾਸ ਦੇਖੋ।
ਸਗਲੀ ਧਰਤੀ ਮਾਲ ਤਨ, ਜਿੰਨੀ ਧਰਤੀ ਦੇ ਵਿੱਚ ਖਜ਼ਾਨਾ ਪਿਆ ਹੈ, ਕਿਤੇ ਸੋਨੇ ਦੀਆਂ ਖਾਨਾਂ, ਕਿਤੇ ਕੋਲੇ ਦੀਆਂ ਖਾਨਾਂ, ਕਿਤੇ ਤਾਂਬੇ ਦੀਆਂ ਖਾਨਾਂ, ਕਿਤੇ ਲੋਹੇ ਦੀਆਂ ਖਾਨਾਂ, ਕਿਤੇ ਅੱਜ ਧਰਤੀ ਤੇ ਤੇਲ ਪਿਆ ਹੈ। ਵਰਤਨ ਸਰਬ ਜੰਜਾਲ, ਜਿੰਨੀ ਵੀ ਲੜਾਈ ਧਰਤੀ ਦੇ ਸਟੇਜ ਤੇ ਹੋ ਰਹੀ ਹੈ, ਰੱਬਾ ਤੇਰੀ ਬਣਾਈ ਹੋਈ ਇਸ ਰਚਨਾ ਵਿੱਚ ਹੋ ਰਹੀ ਹੈ। ਮੇਰੀ ਬੇਨਤੀ ਸਮਝੇ ਨਾ ਜੀ। ਮੰਨ ਲਓ ਇੱਕ ਸਟੇਜ ਉੱਤੇ ਸਮਾਨ ਪਿਆ, ਲੜਾਈ ਹੋ ਰਹੀ, ਇੱਕ ਬੋਲ ਰਿਹਾ, ਕੋਈ ਕੁਛ ਕਹਿ ਰਿਹਾ। ਸਤਿਗੁਰੂ ਕਹਿੰਦੇ ਨੇ ਧਰਤੀ ਤੇ ਪਿਆ ਹੋਇਆ ਸਮਾਨ ਇਹ ਰੱਬ ਦੀ ਸਟੇਜ ਏ। ਤੇਲ ਦੀ ਖਾਤਰ ਇਹਨੇ ਬੰਦੇ ਮਰ ਰਹੇ ਨੇ, ਸੋਨੇ ਦੀਆਂ ਖਾਨਾਂ ਦੀ ਖਾਤਰ ਮਰ ਰਹੇ ਨੇ, ਕੋਲੇ ਦੇ ਨਾਂ ਤੇ ਲੋਕ ਮਰ ਰਹੇ ਨੇ, ਅੰਨ ਦੀ ਖਾਤਰ ਮਰ ਰਹੇ ਨੇ, ਪਾਣੀ ਦੀ ਖਾਤਰ ਮਰ ਰਹੇ ਨੇ। ਕਹਿੰਦੇ ਨੇ ਵਾਹ ਉਹ ਰਾਸ ਰਚਣ ਵਾਲਿਆ, ਇਹ ਤਾਂ ਸੱਚੀ ਮੁੱਚੀ ਰਾਸ ਨਹੀਂ ਪਾਉਂਦੇ, ਇਹ ਝੂਠੀ ਮੁੱਠੀ ਮਰ ਕੇ ਬਾਹਰ ਨਿਕਲ ਜਾਂਦੇ ਨੇ, ਪਿੱਛੋਂ ਠੀਕ ਹੋ ਜਾਂਦੇ ਨੇ। ਅੱਜ ਤੇੜੀ ਰਚੀ ਰਾਸ ਇੱਥੇ ਤਾਂ ਕਈਆਂ ਦੇ ਸਿਰ ਲੈ ਜਾਂਦੇ ਨੇ। ਵਰਤਨ ਸਰਬ ਜੰਜਾਲ, ਮੈਂ ਤਾਂ ਅਰਥ ਕਰ ਰਿਹਾ, ਵਰਤਨ ਇਹ ਸ੍ਰਿਸ਼ਟੀ ਤੇ ਵਰਤਦੇ ਪਏ ਨੇ ਲੋਕ, ਜੰਜਾਲਾਂ 'ਚ ਪਏ ਨੇ ਮਾਲ ਧਨ ਦੀ ਖਾਤਰ। ਸਗਲੀ ਧਰਤੀ ਮਾਲ ਧਨ, ਧਰਤੀ ਦਾ ਜਿੰਨਾ ਵੀ ਧਨ ਨੇ, ਦ੍ਰਿਸ਼ਟ ਔਰ ਅੰਦ੍ਰਿਸ਼ਟ, ਜਿਹੜਾ ਦਿਸ ਰਿਹਾ ਜਿਹੜਾ ਨਹੀਂ ਦਿਸਦਾ, ਸਗਲੀ ਧਰਤੀ ਮਾਲ ਧਨ ਵਰਤਨ, ਇਹ ਲੋਕ ਵਰਤਦੇ ਪਏ ਨੇ। ਵਰਤਨ ਦਾ ਅਰਥ ਹੈ ਵਰਤ ਰਹੇ ਨੇ, ਪਰ ਕਹਿੰਦੇ ਨੇ ਵਰਤਨ ਨੇ ਵੀ ਬਖੇੜਾ ਖੜਾ ਕਰ ਦਿੱਤਾ। ਵਰਤਨ ਸਰਬ ਜੰਜਾਲ, ਇਹ ਜੰਜਾਲਾਂ 'ਚ ਪਏ ਨੇ। ਸਤਿਗੁਰੂ ਕਿਰਪਾ ਕਰਕੇ ਦੱਸੋ ਜਿਹੜੇ ਇੰਨੀਆਂ ਸਦੀਆਂ ਦੇ ਰਾਸ ਪਾਉਂਦੇ ਪਏ ਨੇ। ਸਤਿਗੁਰੂ ਕਹਿੰਦੇ ਸੱਚ ਏਵੇ ਨਾਨਕ ਮੁਸੈ, ਮੁਸੈ ਦਾ ਅਰਥ ਠੱਗੇ ਗਏ ਨੇ। ਬੜੀ ਕੀਮਤੀ ਜ਼ਿੰਦਗੀ ਮਿਲੀ, ਇਸ ਰਾਸ ਵਿੱਚ ਵੀ ਠੱਗੇ ਗਏ। ਵਰਤਨ ਸਰਬ ਜੰਜਾਲ 'ਚ ਠੱਗੇ ਗਏ। ਨਾਨਕ ਮੁਸੈ, ਗਿਆਨ ਵਿਖੂਣੀ, ਅੰਦਰ ਗਿਆਨ ਕੋਈ ਨਹੀਂ, ਰੂਹਾਨੀਅਤ ਦੀ ਸਮਝ ਕੋਈ ਨਹੀਂ। ਨਾਨਕ ਮੁਸੈ ਗਿਆਨ ਵਿਖੂਣੀ, ਗਿਆਨ ਵਿਖੂਣੀ ਦਾ ਅਰਥ ਗਿਆਨ ਤੋਂ ਵਿਰਵੀ, ਗਿਆਨ ਤੋਂ ਸਖਣੀ, ਗਿਆਨ ਦੀ ਅਣਹੋਂਦ। ਕਿਉਂਕਿ ਅਸੀਂ ਆਸਾ ਦੀਵਾਰ ਦੇ ਅੱਖਰੀ ਅਰਥਾਂ ਨੂੰ ਜ਼ਰੂਰ ਧਿਆਨ ਦੇਣ। ਠੱਗੀ ਗਈ ਦੁਨੀਆ ਗਿਆਨ ਤੋਂ ਵਿਖੂਣੀ। ਤੇ ਮਹਾਰਾਜ ਫਿਰ ਕੀ ਹੋਵੇਗਾ? ਕਹਿਣ ਲੱਗੇ ਹੋਵੇਗਾ ਇਹ ਕਿ ਖਾਏ ਗਿਆ ਜਮਕਾਲ, ਮੌਤ ਖਾ ਗਈ ਇਹਨਾਂ ਨੂੰ, ਗਿਆਨ ਕੋਈ ਨਹੀਂ ਸੀ। ਕੱਲ ਜਦੋਂ ਅਸੀਂ ਪੜ੍ਹ ਰਹੇ ਸਾਂ, ਤੁਸੀਂ ਧਿਆਨ ਦਿਓ ਜੀ, ਮੈਂ ਅਗਲਾ ਸ਼ਲੋਕ ਨਾਲ ਹੀ ਸ਼ੁਰੂ ਕਰਨਾ, ਕਿਉਂਕਿ ਉਸ ਸ਼ਲੋਕ ਵਿੱਚ 3-4 ਪ੍ਰਕਰਨ। ਕੱਲ ਜਦੋਂ ਅਸੀਂ ਸ਼ਲੋਕ ਪੜ੍ਹ ਰਹੇ ਸਾਂ, ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਇੱਥੇ ਵੀ ਸਤਿਗੁਰੂ ਨੇ ਫਿਰ ਗਿਆਨ ਦੀ ਗੱਲ ਕੀਤੀ। ਨਾਨਕ ਮੁਸੈ ਗਿਆਨ ਵਿਖੂਣੀ, ਖਾਏ ਗਿਆ ਜਮਕਾਲ, ਗਿਆਨ ਕੋਈ ਨਹੀਂ। ਅੱਗੇ ਮਹਾਰਾਜ ਕਹਿੰਦੇ ਨੇ ਆਓ ਪਖੰਡੀਆਂ ਦੀ ਰਾਸ ਤੁਹਾਨੂੰ ਦੱਸਾਂ। ਹੁਣ ਗਿਆਨ ਕੀ ਚੀਜ਼ ਹੈ? ਥੋੜ੍ਹਾ ਜਿਹਾ ਇੱਥੇ ਮੈਂ ਬੇਨਤੀ ਕਰਦੇ ਹਾਂ। ਗਿਆਨ ਦੇ ਆਖਰੀ ਅਰਥ ਨੇ ਸਮਝ, ਗਿਆਨ ਦੇ ਆਖਰੀ ਅਰਥ ਨੇ ਸੂਝ। ਯਾਦ ਰੱਖਿਓ, ਜਿਹਨੂੰ ਅਸੀਂ ਗਿਆਨ ਦੇ ਅਰਥ 'ਚ ਲੈ ਰਹੇ ਹਾਂ, ਇਹ ਨੌਲੇਜ ਹੈ। ਨੌਲੇਜ ਵਿੱਚ ਤੇ ਗਿਆਨ 'ਚ ਬੜਾ ਫਰਕ ਹੈ। ਫਿਰ ਬੇਨਤੀ, ਅਸੀਂ ਬਾਣੀ 'ਚੋਂ ਪ੍ਰਮਾਣ ਲਾਂਗੇ, ਬਾਹਰੋਂ ਕੁਛ ਨਹੀਂ। ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ ਨੌਲੇਜ ਹੈ। ਨਾਮ ਕੀ ਹੁੰਦਾ ਹੈ? ਨੌਲੇਜ ਹੈ। ਆਤਮਾ ਕੀ ਹੈ? ਨੌਲੇਜ ਹੈ। ਪਰ ਗਿਆਨ ਦਾ ਤਾਂ ਅਰਥ ਜਿੱਦਣ ਆਪੇ ਦੀ ਸਮਝ ਪੈ ਜਾਏ। ਗਿਆਨ ਦਾ ਅਰਥ ਨੌਲੇਜ ਨਹੀਂ ਕਰਨਾ। ਨੌਲੇਜ ਦਾ ਸੰਬੰਧ ਸਾਡੇ ਬੌਧਿਕ ਤਲ ਨਾਲ ਹੈ, ਤੇ ਰੂਹਾਨੀਅਤ ਦਾ, ਸਪਿਰਿਚੁਅਲਿਟੀ ਦੇ ਗਿਆਨ ਦਾ ਸੰਬੰਧ ਸਾਡੀ ਆਤਮਾ ਨਾਲ ਹੈ। ਦੇਖੋ ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਕਰੀਏ ਆਪਾਂ ਕਿ ਗਿਆਨ ਤੋਂ ਵਿਖੂਣੇ ਨੌਲੇਜ ਵਾਲੇ ਨੇ, ਪਰ ਗਿਆਨ ਨਹੀਂ। ਸਤਿਗੁਰੂ ਦੀ ਬਾਣੀ 'ਚੋਂ ਆਓ 1-2 ਪ੍ਰਮਾਣ ਲੈ ਲਈਏ। ਮੈਂ ਤੁਹਾਨੂੰ 3-4 ਸ਼ਬਦ ਸੁਣਾਉਣੇ ਚਾਹੁੰਦਾ। ਕਬੀਰ ਸਾਹਿਬ ਦੇ 2 ਸ਼ਬਦ ਜੀ। ਇੱਕ ਸ਼ਬਦ ਹੈ ਤੂੰ ਬਾਮਨ ਮੈਂ ਕਾਸੀਕ ਜੁਲਹਾ, ਤੂੰ ਵਿਦਵਾਨ ਪੰਡਿਤ ਗਿਆਨੀ ਹੈ, ਪਰ ਮੈਂ ਕਾਂਸ਼ੀ ਦਾ ਜੁਲਾਹਿਆਂ ਦਾ ਬੱਚਾ, ਜੁਲਾਹਾ ਮੈਂ। ਤੂੰ ਬਾਮਨ ਮੈਂ ਕਾਸੀਕ ਜੁਲਹਾ, ਬੂਝੋ ਮੋਰ ਗਿਆਨਾ। ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਸਮਝਾਵਾਂ। ਦੇਖੋ ਧਿਆਨ ਨਾਲ ਸੁਣਿਓ। ਸਮਝਾਉਂਦੇ ਉਹਨੂੰ ਪਏ ਨੇ ਜਿਹੜਾ ਗਿਆਨੀ ਖੁਦ। ਤੂੰ ਬਾਮਨ ਮੈਂ ਕਾਸੀਕ ਜੁਲਹਾ, ਬੂਝੋ ਮੋਰ ਗਿਆਨਾ। ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਦੱਸਾਂ। ਉਹਨਾਂ ਕਿਹਾ ਦੱਸੋ ਕਿਹੜੇ ਗਿਆਨ ਦੀ ਗੱਲ? ਕਹਿੰਦੇ ਮੇਰੇ ਕੋਲ ਵੇਦ। ਉਹ ਕਹਿੰਦਾ ਮੇਰੇ ਕੋਲ ਵੇਦ, ਮੇਰੇ ਕੋਲ ਸਿਮਰਤੀਆਂ, ਮੇਰੇ ਕੋਲ ਇੰਨੀ ਨੌਲੇਜ। ਉਹਨਾਂ ਕਿਹਾ ਤੇਰੇ ਕੋਲ ਨੌਲੇਜ, ਮੇਰੇ ਕੋਲ ਰਾਮ, ਮੇਰੇ ਕੋਲ ਪਰਮਾਤਮਾ। ਕਹਿੰਦੇ ਕੀ ਗਿਆਨ ਦੱਸੋਗੇ? ਕਬੀਰ ਸਾਹਿਬ ਕਹਿੰਦੇ ਤੂੰ ਇੰਨਾ ਪੜ੍ਹ ਕੇ ਵੀ ਰਾਜਿਆਂ ਦੇ ਦਰ ਤੇ
ਚੁੱਕ ਚੁੱਕ ਕੇ ਉਹਨਾਂ ਦੀਆਂ ਸਿਫਤਾਂ ਕਰ ਕਰਕੇ ਢਿੱਡ ਦੀ ਖਾਤਰ ਤੂੰ ਤਰਲੇ ਲੈ ਰਿਹਾ ਹੈ। ਮੈਂ ਚੇਤੇ ਰੱਖੀ, ਕੋਈ ਗ੍ਰੰਥ ਨਹੀਂ ਪੜਿਆ, ਪਰ ਮੇਰਾ ਗਿਆਨ ਇੰਨਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹੁਣ ਸੁਣੋ, ਇਹਨੂੰ ਬਰੀਕੀ ਨਾਲ ਦੇਖੋ। ਨੌਲੇਜ ਤੇ ਜੀਵਨ, ਕਬੀਰ ਸਾਹਿਬ ਦੇ ਬੋਲ ਨੇ, ਤੂੰ ਬਾਮਨ ਮੈਂ ਕਸੀਕ ਜੁਲਹਾ ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ ਖਰਸ਼ੋਂ ਮੋਰ ਧਿਆਨਾ। ਤੂੰ ਰਾਜਿਆਂ ਤੋਂ ਮੰਗਣਾ ਪੜ ਕੇ, ਪਰ ਮੈਂ ਤਾਂ ਕਦੀ ਮੰਗਣ ਨਹੀਂ ਗਿਆ। ਰਬ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਕਹਿ, ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਤੁਸੀਂ ਪੜ੍ਹੇ ਲਿਖੇ ਹੋ, ਨੌਲੇਜ ਇਕੱਠੀ ਕਰੀਏ, ਪਰ ਅਨੁਭਵ ਤੋਂ ਵਿਹੂਣੀ, ਸ਼ਰਧਾ ਤੋਂ ਵਿਹੂਣੀ ਨੌਲੇਜ ਵੀ ਇਸ ਤਰ੍ਹਾਂ ਜਿਵੇਂ ਬੱਚੇ ਦੇ ਹੱਥ ਵਿੱਚ ਪਕੜਾਈ ਹੋਈ ਪਿਸਤੌਲ ਹੈ, ਪਤਾ ਨਹੀਂ ਕਿੱਥੇ ਫੈਰ ਕਰਦਾ। ਅੱਜ ਸਾਡੇ ਜੋ ਕੁਝ ਵੀ ਪਵਾੜਿਆਂ ਦਾ ਕਾਰਨ ਹੈ, ਖਿਮਾ ਕਰ ਦਿਓ, ਸਾਡੇ ਬਚਕਨੇ ਹੱਥ ਵਿੱਚ ਆਇਆ ਹੋਇਆ ਸ਼ਬਦ ਹੈ। ਰਿਵਾਲਵਰ ਦੇ ਵਿੱਚ ਤਾਕਤ ਬੜੀ ਹੈ, ਪਰ ਜਿਹਦੇ ਹੱਥ 'ਚ ਪਕੜਾਇਆ ਉਹਨੂੰ ਸਮਝ ਕੋਈ ਨਹੀਂ। ਨਾ ਸਮਝ ਦੇ ਹੱਥ ਵਿੱਚ ਗਿਆਨ ਦਾ ਸ਼ਬਦ ਆ ਜਾਏ, ਜੇ ਅੰਦਰ ਅਨੁਭਵ ਨਾ ਹੋਵੇ, ਉਹ ਤਬਾਹੀ ਬਹੁਤ ਕਰ ਜਾਂਦਾ ਹੈ। ਨਾਮਦੇਵ ਜੀ ਦਾ ਇੱਕ ਬੋਲ ਹੈ ਅੰਮ੍ਰਿਤ। ਹੁਣ ਗਿਆਨ ਤੋਂ ਵਿਖਾਉਣਾ, ਕਿਉਂਕਿ ਫਿਰ ਮੈਂ ਵਾਰ-ਵਾਰ ਸ਼ਬਦ ਰਿਪੀਟ ਕਰ ਰਿਹਾ, ਤੁਸੀਂ ਇਹ ਨਾ ਕਿਉਂ ਮੈਂ ਕਿਉਂ ਕਹਿ ਰਿਹਾ, ਸੱਚੀ ਗੱਲ, ਮੈਂ ਆਸਾ ਕੀ ਵਾਰ ਦਾ ਟਿਕ ਕੇ ਜਦੋਂ ਪਾਠ ਕਰਨਾ, ਮੇਰਾ ਅੰਦਰ ਕਹਿੰਦਾ ਨਹੀਂ, ਆਸਾ ਕੀ ਵਾਰ ਕ੍ਰਾਂਤੀ ਲਿਆਏਗੀ ਦੁਨੀਆ 'ਚ, ਪਰ ਰੂਟੀਨ 'ਚ ਪੜ੍ਹੀ ਜਾ ਰਹੀ ਹੈ, ਉਹ ਵੀ ਨੌਲੇਜ ਦੇ ਤੌਰ 'ਤੇ ਪੜ੍ਹੀ ਜਾ ਰਹੀ ਹੈ, ਅਨੁਭਵ ਦੇ ਤੌਰ 'ਤੇ ਨਹੀਂ। ਮੈਂ ਪੌੜੀਆਂ ਪੜ੍ਹਦੀਆਂ ਨੇ, ਮੈਨੂੰ ਪੌੜੀਆਂ ਚੇਤੇ ਨੇ, ਤੂੰ ਆਹ ਸ਼ਲੋਕ ਚੁੱਕਣਾ, ਤੈਨੂੰ ਸ਼ਲੋਕ ਚੇਤੇ ਵੇ, ਨੌਲੇਜ ਹੈ ਨਾ। ਨਾਮਦੇਵ ਜੀ ਦਾ ਇੱਕ ਸ਼ਬਦ ਹੈ। ਹੁਣ ਜਦੋਂ ਅਸੀਂ ਕਥਾ ਕਰਨੇ ਆ, ਸ਼ਬਦ ਕਹਿ ਦਿੰਦੇ ਆ ਪਰਮਾਤਮਾ ਬਹੁਤ ਦੂਰ ਹੈ, ਤੇ ਦੂਸਰਾ ਕਹਿੰਦਾ ਨਹੀਂ ਨਹੀਂ, ਇਹ ਝੂਠ ਦਲੀਲਾਂ ਦੇਈ ਜਾਂਦੇ ਆ, ਨਹੀਂ ਰੱਬ ਤਾਂ ਬਿਲਕੁਲ ਨੇੜੇ ਵੇ। ਹੁਣ ਨਾਮਦੇਵ ਅਨੁਭਵੀ ਨੇ, ਉਹਨਾਂ ਕੋਲ ਅੰਦਰ ਦਾ ਗਿਆਨ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਗਿਆਨ ਤੋਂ ਵਿਹੂਣੇ ਠੱਗੇ ਗਏ ਨੇ, ਮੁੱਛੇ ਗਿਆਨ ਤੋਂ ਵਿਹੂਣੇ ਖਤਮ, ਸਮਝ ਕੋਈ ਨਹੀਂ। ਹੁਣ ਅਸੀਂ ਬੈਠੇ, ਹਾਲਾਂਕਿ ਜਪਜੀ ਸਾਹਿਬ 'ਚ ਆਉਂਦਾ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਾਰ ਦੂਰ। ਦੇਖੋ, ਜਾਪੈ ਦਿਸੈ ਦੂਰ ਵੀ ਅਨੁਭਵ ਵਿੱਚ ਉਤਰਾਂਗੇ, ਦੂਰ ਵਿੱਚ ਵੀ ਸਮਾਧ ਹੈ, ਅਨੁਭਵ 'ਚ ਉਤਰਾਂਗੇ ਤੇ ਨੇੜੇ ਕਹਾਂਗੇ, ਉਹਦੇ ਵਿੱਚ ਵੀ ਸਵਾਦ ਹੈ। ਜਦੋਂ ਦੂਰ ਕਹਾਂਗੇ ਉਹਦੇ ਸਵਾਦ ਹੈ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਬਹੁਤੇ ਫੇਰ ਭਏ ਕਿਰਪਨ ਕੋ, ਦੂਰੀ ਵਿੱਚ ਵੀ ਸਵਾਦ ਹੈ, ਪਰ ਜੇ ਅਨੁਭਵ ਹੈ ਤੇ ਨੇੜੇ ਵਿੱਚ ਵੀ ਸਵਾਦ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੁ ਹੋਈ। ਹੁਣ ਉੱਥੇ ਗੱਲ ਚਰਚਾ ਚੱਲ ਰਹੀ, ਰੱਬ ਨੇੜੇ ਵੇ, ਦੂਜੇ ਨੇ ਖੰਡਨ ਕਰ ਦਿੱਤਾ, ਨਹੀਂ ਉਹ ਨਹੀਂ, ਰੱਬ ਅੱਜ ਪਾਇਆ ਜੇ ਬੜਾ ਦੂਰ। ਨਾਮਦੇਵ ਨੇ ਜਿਹੜਾ ਸ਼ਬਦ ਵਰਤਿਆ, ਮੈਂ ਉਹਦੇ ਸਿੱਧੇ ਪੰਜਾਬੀ 'ਚ ਅਰਥ ਕਰਾਂ ਤੇ ਓਪਰੇ ਜੇ ਲੱਗਣਗੇ। ਕਥਾ ਕਰਨ ਵਾਲੇ ਨੂੰ ਕਹਿ ਦੇਣਾ ਬਕਵਾਸ ਕਰਨਾ, ਚੁੱਪ ਕਰ, ਮਾਈਕ ਬੰਦ ਕਰ। ਨੌਲੇਜ ਵਾਲੇ ਨੂੰ ਅਨੁਭਵ ਵਾਲਾ ਕਹਿ ਰਿਹਾ ਬਕਵਾਸ ਕਰ ਰਿਹਾ ਤੂੰ। ਗੱਲ ਉਹ ਰੱਬ ਦੀ ਕਰ ਰਹੇ ਨੇ, ਝੂਠੀ ਗੱਲ ਕੋਈ ਨਹੀਂ ਕਰ ਰਹੇ। ਹੁਣ ਉਹ ਸ਼ਬਦ ਤੁਸੀਂ ਗਿਆਨ ਤੇ ਨੌਲੇਜ ਦੀ ਤੁਲਨਾ ਉਸ ਸ਼ਬਦ 'ਚ, ਉਹ ਸ਼ਬਦ ਹੈ ਕਿ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਨੌਲੇਜ ਦੇ ਤੌਰ ਤੇ ਅੰਦਰ ਦਾ ਗਿਆਨ ਨਹੀਂ ਠੱਗੇਗਾ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਣਾ ਖਜੂਰ। ਪਾਣੀ ਦੀ ਮੱਛੀ ਖਜੂਰ ਤੇ ਲੋਕਾਂ ਚੜਾ ਦਿੱਤੀ। ਜਿਸ ਬੰਦੇ ਨੂੰ ਮੱਛੀ ਦੇ ਬਾਰੇ ਕੋਈ ਗਿਆਨ ਨਹੀਂ, ਉਹਨੂੰ ਕਹਿ ਦਿਓ ਨਾ ਜੀ ਆ ਸੱਚੀ ਮੁੱਚੀ ਜੇ ਮੈਨੂੰ ਬਖਸ਼ ਦਿਆ ਜੇ, ਪਖੰਡੀ ਸਾਰੇ ਲੋਕਾਂ ਦੀਆਂ ਮੱਛੀਆਂ ਖਜੂਰ ਤੇ ਚੜਾਈ ਬੈਠੇ, ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਰੱਬ ਦਾ ਨਾਂ ਕੀ, ਸੁਭਾਨੀਅਤ ਕੀ। ਮੈਂ ਕਈ ਵਾਰੀ ਕਹਿੰਦਾ, ਵਾਹ ਰੱਬਾ ਤੇਰੀ ਖੇਡ ਕੈਸੀ ਹੈ, ਤੂੰ ਕਿੰਨਾ ਕੁ ਬੇਅੰਤ ਹੈ। ਜਿਹੜੇ ਸੱਚੀ ਮੁੱਚੀ ਤੈਨੂੰ ਪਿਆਰ ਕਰਦੇ ਨੇ ਉਹਨਾਂ ਦੀ ਵੀ ਜੈ ਜੈਕਾਰ ਕਰਾਈ ਜਾਣਾ, ਜਿਹੜੇ ਤੇਰੇ ਨਾਂ ਦੇ ਥੱਲੇ ਠੱਗੀਆਂ ਮਾਰਦੇ ਨੇ ਜੈ ਜੈਕਾਰ ਉਹਨਾਂ ਦੀ ਵੀ ਕਰਾਈ ਜਾਣਾ। ਤੇਰੀ ਇੱਕ ਕੈਸੀ ਖੇਡ। ਆ ਪਿੱਛੇ ਸਾਡੇ ਇੱਕ ਬੜਾ ਮੱਛਰਿਆ, ਮੱਛਰਿਆ ਸ਼ਬਦ ਪੰਜਾਬੀ ਦਾ ਨਾ ਜੀ, ਉਹ ਕਹਿੰਦਾ ਮੈਂ ਰੱਬ ਦਾ ਮੈਸੇਂਜਰ ਹਾਂ, ਹੈ ਨਾ। ਉਹ ਫਿਲਮ ਵੀ ਆਈ, ਮੈਂ ਰੱਬ ਦਾ, ਮੈਂ ਕਹਿੰਦਾ ਆ ਸਲੋਕ ਉਹਦੇ ਲਈ ਬਾਬਾ ਜੀ ਨੇ ਕਿਹਾ, ਵਾਹਨ ਚੇਲੇ ਨੱਚਣ ਗੁਰ, ਉਹ ਡਾਂਸ ਕਰ ਰਿਹਾ ਹੈ। ਤੇ ਮੈਂ, ਉਹ ਮੈਨੂੰ ਕਹਿੰਦੇ ਨੇ ਇੱਕ ਦਿਨ ਕਿਹਾ ਕਿਸੇ ਭਾਈ ਸਾਹਿਬ, ਵੇਖੋ ਜੀ ਕਲਯੁਗ ਆ ਗਿਆ, ਡਾਂਸ ਕਰ ਰਿਹਾ। ਮੈਂ ਕਿਹਾ ਬਾਬਾ ਜੀ ਆਸਾ ਦੀਵਾਰ 'ਚ ਪਹਿਲੇ ਹੀ ਕਹਿ ਗਏ, ਸਿੱਖੋ ਸੁਚੇਤ ਰਹੋ, ਜਿਹੋ ਜਿਹੇ ਕਮਲੇ ਬੜੇ ਪੈਦਾ ਹੋਣੇ ਜੇ ਜਿਹੜੇ ਰੱਬ ਦੇ ਨਾਂ ਥੱਲੇ ਡਾਂਸ ਕਰਿਆ ਕਰਨਗੇ। ਚੇਲੇ ਉਹਦੇ ਵੀ ਕਹਿੰਦੇ ਨੇ ਯਾ ਗੁਰੂ, ਉੱਚੀ ਖਲੋਤੇ। ਇਹ ਸਭ ਕੁਝ ਗੁਰਬਾਣੀ 'ਚ ਲਿਖਿਆ ਹੋਇਆ। ਫਿਰ ਮੈਂ ਬੇਨਤੀ ਕਰਾਂ, ਉਹਨਾਂ ਨੇ ਸ਼ਬਦ ਵਰਤੇ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ। ਸਮੁੰਦਰ 'ਚੋਂ ਨਿਕਲੀ ਮੱਛੀ ਲੋਕਾਂ ਨੂੰ ਕਹਿ ਦਿੱਤਾ ਤੇ ਖਜੂਰ ਤੇ ਗਾਪੀ ਹੈ ਨਾ।
ਜਿਹਨੂੰ ਵਿਚਾਰੇ ਨੂੰ ਪਤਾ ਨਹੀਂ ਉਹਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਜੋਗੀ ਸਾਹਿਬ ਇਹ ਗੱਲ ਬੜੀ ਸੋਹਣੀ ਕਹਿੰਦੇ, ਉਹ ਗੱਲਾਂ ਦੇ ਸਿੱਧੀਆਂ ਕਰਦਾ ਸੀ। ਲੋਕੀ ਜੋ ਕਹਿੰਦੇ ਇੱਕ ਦਿਨ ਗਏ, ਕਹਿੰਦੇ ਨੇ ਵੀ ਪਹਿਲੀ ਗੱਲ ਤੇ ਜਿਹੜੇ ਪਖੰਡੀ ਗੁਰੂ ਨੇ ਨਾ, ਉਹਨਾਂ ਦੇ ਚੇਲੇ ਇੰਨੇ ਕਮਾਲ ਦੇ, ਉਹ ਸੇਲਜ਼ਮੈਨ ਨੇ, ਕਮਾਲ ਕਰ ਦਿੰਦੇ। ਰਾਹ 'ਚ ਕਹਿੰਦੇ ਨੇ ਜੇ ਬਾਬੇ ਨੇ ਇਸ ਤਰ੍ਹਾਂ ਹੱਥ ਕੀਤਾ ਸਮਝੀ ਆਹ ਹੋ ਜਾਣਾ, ਜੇ ਉਹਨੇ ਵਾਸੀ ਲੈ ਲਈ ਆਹ ਹੋ ਜਾਣਾ, ਜੇ ਆਹ ਹੋ ਗਿਆ ਆਹ ਹੋ ਜਾਣਾ। ਉਹ ਕਹਿੰਦੇ ਨੇ ਵੀ ਇਹ ਕਹੀ ਜਾਂਦੇ ਨੇ ਜੇ ਤੂੰ ਉੱਥੇ ਤੁਰ ਗਿਆ ਆਹ ਹੋ ਗਿਆ, ਤੇਰਾ ਘਰ ਆਉਂਦਿਆਂ ਤੱਕ ਧਨ ਨਾਲ ਭਰ ਜਾਣਾ। ਕਹਿੰਦੇ ਨੇ ਉਹ ਵਿਚਾਰਾ ਬਾਬੇ ਦੇ ਹੱਥ ਪੈਰ ਵੇਂਦਾ ਵੀ ਐਕਸ਼ਨ ਕਿਹੜਾ ਕਰੇਗਾ, ਪਿੱਛੋਂ ਚੋਰ ਜਿਹੜੇ 4 ਟਕੇ ਇਕੱਠੇ ਸੀ ਉਹ ਵੀ ਲੁੱਟ ਕੇ ਲੈ ਗਏ। ਇਹ ਸਾਡਾ ਗਿਆਨ ਜੇ। ਮੈਂ ਬੇਨਤੀ ਕਰ ਲੱਗਾ, ਮੱਛੀਆਂ ਖਜੂਰ ਤੇ ਲੋਕੀ ਚਾੜੇ ਬੈਠੇ ਨੇ, ਗਿਆਨ ਵੀ ਕੋਨੇ ਨੇ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਨਾ ਖਜੂਰ, ਕਾਏ ਰੇ ਬਕਬਾਦ ਲਾਇਓ। ਹੁਣ ਇਹ ਬਕਬਾਦ ਲਾਇਓ ਸ਼ਬਦ ਤੁਸੀਂ ਸਮਝ ਗਏ ਨਾ, ਫਜ਼ੂਲ ਬੋਲਣਾ, ਬਕਵਾਸ ਕਰਨਾ, ਝੂਠ ਬੋਲਣਾ। ਕਹਿੰਦੇ ਨੇ ਗਿਆਨ ਕੋਈ ਨਹੀਂ। ਉਹਨਾਂ ਕਿਹਾ ਗ੍ਰੰਥ ਖੋਲੀ ਬੈਠੇ। ਉਹ ਕਹਿੰਦੇ ਨੇ ਜਿਹੜੇ ਗ੍ਰੰਥ 'ਚ ਤੁਸੀਂ ਪੜ੍ਹਦੇ ਪਏ ਹੋ, ਤੁਸੀਂ ਉਸ ਦੀਆਂ ਗੱਲਾਂ ਦੀ ਕਥਾ ਕਰਦੇ ਹੋ, ਮੈਂ ਉਹਦੇ ਨਾਲ ਰੋਜ਼ ਗੱਲਾਂ ਕਰਨਾ ਵਾ। ਫਰਕ ਹੈ ਨਾ ਜੀ। ਨੌਲੇਜ ਉਹਦੀਆਂ ਗੱਲਾਂ ਹੈ ਤੇ ਅਨੁਭਵ ਉਹਦੇ ਨਾਲ ਗੱਲਾਂ ਹੈ। ਕਾਇਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ, ਪੰਡਿਤ ਹੋਏ ਕੈ ਵੇਦ ਬਖਾਨੈ ਪਰ ਗਿਆਨ ਤੋਂ ਵੀ ਗੁਣ ਹੈ। ਪੰਡਿਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ ਮੈਂ ਜਾਣਨਾ ਉਹਨੂੰ ਜਿਹਦੀਆਂ ਤੂੰ ਗੱਲਾਂ ਕਰ ਰਿਹਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰ ਲਗਾ, ਮਿੰਟ ਸਿਰਫ 4 ਨੇ, ਪਰ ਚੇਤੇ ਰੱਖਿਓ ਲੜੀ ਇਹ ਸ਼ੁਰੂ ਰਹੇਗੀ। ਗੋਪਾਲ ਵਿੱਚ ਇੱਕ, ਬੰਗਾਲ 'ਚ ਇੱਕ ਬਹੁਤ ਮੰਨੀ ਪਰਵੰਨੀ ਹਸਤੀ ਹੋਏ ਨੇ, ਸਵਾਮੀ ਗੁਰੰਗ ਗੋਸਾਈ। ਸ਼ਾਇਦ ਇੱਥੇ ਜ਼ਿਕਰ ਕਦੀ ਕੀਤਾ ਹੋਵੇ, ਪਰ ਖੁੱਲੇ ਦਿਲ ਨਾਲ ਸੁਣ ਲਿਓ। ਗੁਰੰਗ ਗੋਸਾਈ ਸੁਣ ਕੇ ਅੰਦਰੋਂ ਵੰਚਿਤ ਨਾ ਹੋਇਓ। ਉਹ ਵਿਦਵਾਨ ਬੜੇ ਸਨ ਜੀ। ਚੜ੍ਹਦੀ ਜਵਾਨੀ ਜਦੋਂ ਉਹਨਾਂ ਕਥਾ ਸ਼ੁਰੂ ਕੀਤੀ ਨਾ, ਬਸ ਕਮਾਲ ਕਰ ਦਿੱਤੀ। ਉਹਦੀ ਦਲੀਲ ਦਾ ਕੋਈ ਉੱਤਰ ਨਹੀਂ ਸੀ। 4 ਵੇਦ ਨੂੰ ਚੇਤੇ, ਕੰਠਸਥ ਸ਼ਾਸਤਰ ਚੇਤੇ, ਸਿਮਰਤੀਆਂ ਚੇਤੇ, ਉਪਨਿਸ਼ਦ ਚੇਤੇ, ਜੋ ਗੂੜ ਗ੍ਰੰਥ ਸਨ ਸਭ ਚੇਤੇ। ਜਦੋਂ ਕਥਾ ਕਰਨੀ, ਪਿਛਲਿਆਂ ਨੇ ਫਿਰ ਜਿੰਦਾਬਾਦ ਵਾਲਿਆਂ ਨੇ ਕਿਹਾ ਵੀ ਇੱਕ ਕੰਮ ਕਰ, ਆਪਾਂ ਚਰਚਾ ਕਰਿਆ ਕਰੀਏ। ਉਦੋਂ ਚਰਚਾ ਹੁੰਦੀ ਸੀ ਜੀ, ਚਰਚਾ ਨਹੀਂ ਸੀ ਇੱਕ ਦੂਜੇ ਦੀ ਪੱਗ ਲਾਣੀ, ਬੇਇੱਜ਼ਤੀ ਕਰਨੀ, ਸਮਝ ਲਓ। ਉਹਨਾਂ ਕਿਹਾ ਤੇਰੀ ਉਮਰ ਥੋੜੀ, ਵੱਡੇ ਵੱਡੇ ਪੰਡਿਤ ਬੈਠੇ ਨੇ, ਤੂੰ ਚਰਚਾ ਸ਼ੁਰੂ ਕਰ। ਉਹਨੇ ਕਿਹਾ ਗੱਲ ਤਾਂ ਠੀਕ ਹੈ। ਗੁਰੰਗ ਗੋਸਾਈ ਨੇ ਚਰਚਾ ਸ਼ੁਰੂ ਕੀਤੀ ਜੀ, ਲੋਕਾਂ ਨੂੰ ਹੈਰਾਨ ਲੱਗ ਪਿਆ। ਵਾਹਿਗੁਰੂ ਅੱਗੇ ਅਰਦਾਸ ਕਰੋ ਨੌਲੇਜ ਹੋਵੇ ਤੇ ਨਾਲ ਨਿਮਰਤਾ ਆ ਜਾਏ। ਉਸ ਨਿਮਰਤਾ 'ਚੋਂ ਗਿਆਨ ਆਤਮ ਗਿਆਨ ਬਣ ਜਾਏ। ਉਹ ਚਰਚਾ ਕਰਨ ਲੱਗ ਪਿਆ, ਜਿੱਤਣ ਲੱਗ ਪਿਆ, ਲੋਕਾਂ ਨੂੰ ਜੈ ਜੈਕਾਰ ਹੋ ਗਈ। ਬੰਗਾਲ ਦੇ ਨੇੜੇ ਗੰਗਾ ਤੁਹਾਨੂੰ ਪਤਾ ਵਗਦੀ ਹੈ। ਇੱਕ ਦਿਨ ਉਹ ਗੰਗਾ ਪਾਰ ਚਰਚਾ ਕਰਨ ਜਾ ਰਿਹਾ ਸੀ ਬਹੁਤ ਵੱਡੇ ਪੰਡਿਤ ਨਾਲ। ਉਹ ਤੇਜ਼ੀ ਨਾਲ ਦੌੜ ਕੇ ਬੇੜੀ 'ਚ ਅਸਵਾਰ ਹੋਇਆ। ਬੇੜੀ ਦਾ ਪੂਰ ਸਾਰਾ ਭਰਿਆ ਹੋਇਆ ਸੀ ਲੋਕਾਂ ਨਾਲ। ਗੁਰੰਗ ਗੋਸਾਈ ਉਹਨੂੰ ਥਾਂ ਨਾ ਮਿਲੀ ਬਹਿਣ ਨੂੰ। ਉਹਨੇ ਦੇਖਿਆ ਮਲਾਂ ਵਾਲੇ ਪਾਸੇ ਇੱਕ ਭਗਵੇਂ ਕੱਪੜਿਆਂ 'ਚ ਬੰਦਾ ਬੈਠਾ ਜੀ। ਉਹਨੇ ਕਿਹਾ ਚਲੋ ਇਹ ਧਰਮ ਨਾਲ ਰਿਲੇਟਡ ਹੈ, ਇਹ ਮੇਰੇ ਬਾਰੇ ਤਾਂ ਜਾਣਦਾ ਹੀ ਹੋਵੇਗਾ, ਮੈਂ ਕੌਣ। ਉਹਦੇ ਕੋਲ ਚਲਾ ਗਿਆ। ਮੈਂ ਗੱਲ ਸੰਖੇਪ ਕਰਾਂ, ਉਹਦੇ ਮੋਢਿਆਂ ਨੂੰ ਹਿਲਾਇਆ। ਉਹ ਬਜ਼ੁਰਗ ਨੇ ਨਾ ਜੀ ਆਪਣੀਆਂ ਅੱਖਾਂ ਚੁੱਕੀਆਂ, ਪਰ ਉਹਦੇ ਚਿਹਰੇ ਤੇ ਸ਼ਾਂਤੀ ਸੀ। ਮੋਢੇ ਤੋਂ ਪਕੜ ਕੇ ਕਹਿੰਦਾ ਹੈ आपको पता नहीं, आप जानते नहीं मैं कौन हूं। उन्हें इको गल की बेटा अभी तो यही नहीं मालूम कि मैं कौन हूं। अपने जानन तो वेल मिले तो मैं तेनू जाना। जिन्हों गुरु कहता मन तू जोत स्वरूप है अपना मूल पछाण। बेटा अभी तो ये मालूम नहीं मैं कौन हूं। उन्होंने अहंकार नूं सट वजी भी इन्हूं पता नहीं मैं कौन। कहता बाबा मैं गुरंग गोसाई, शास्त्र की विधि मुताबिक मुझको बैठने के लिए स्थान दो, क्योंकि मैं विद्वान हाँ, तू विद्वान नहीं। उठ तू था मैनू दे, शास्त्र कहता। उन्हें अखा भर के कहा अच्छा रे हो, तू वो ही मूर्ख है। गुरंग गोसाई वो मूर्ख, वो अज्ञानी। इन्ने देर नूं बेड़ी चल पई, सच्ची घटना। वो तड़ बुट्टियां नूं अग लग गई। कहता मैं अज्ञानी, मैं मूर्ख। कहता अरे 4 वेद तो कटसंत याद हैं, पर तुझको 2.5 अखर तो याद नहीं। वो कहता 2.5 अखर? कहता राम याद है तेनू, राम चेते वे?
ਉਹਦੇ ਖਾਨਿਓਂ ਨਿਕਲ ਗਈ। ਉਹਨੇ ਸ਼ਬਦ ਕਮਾਈ ਵਾਲੇ ਨੇ ਕਿਹਾ, ਮੂਰਖਾਂ, ਅੱਖਰਾਂ ਦੀ ਪੰਡਾਂ ਚੁੱਕੀ ਫਿਰਨਾ, ਨੌਲੇਜ ਇਕੱਠੀ ਕਰੀ ਬੈਠਾ, ਜਿਹਦੇ ਬਾਰੇ ਹੋਕਾ ਦੇਣਾ ਉਹਦੇ ਬਾਰੇ ਤੈਨੂੰ ਕੁਝ ਨਹੀਂ ਪਤਾ। ਇਹਨੂੰ ਭਾਈ ਵੀਰ ਸਿੰਘ ਨੇ ਲਿਖਿਆ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਉ ਵੀ ਆਪਣਾ ਬਣਾ ਲਿੱਤਾ। ਅਸੀਂ ਵੀ ਤਾਂ ਕਹਿੰਦੇ ਫਲਾਣੇ ਗਿਆਨੀ ਦਾ ਅੱਜ ਬੜੀ ਮਾਰਕੀਟ ਹੈ। ਤੇ ਮੈਂ ਕਈ ਵਾਰੀ ਕਹਿੰਦਾ ਮਾਰਕੀਟ ਨਾ ਬਣਾਈਏ ਧਰਮ ਨੂੰ, ਜਦੋਂ ਕਰੈਸ਼ ਹੁੰਦੀ ਹੈ ਤੇ ਲੋਕੀ ਆਤਮ ਹੱਤਿਆ ਵੀ ਕਰ ਜਾਂਦੇ ਆ। ਇਹ ਮਾਰਕੀਟ ਨਹੀਂ, ਉਹਦੀ ਬਖਸ਼ਿਸ਼ ਨਾ ਲੈ ਜੀ। ਭਾਈ ਸਾਹਿਬ ਕਹਿੰਦੇ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਮ ਵੀ ਆਪਣਾ ਬਣਾ ਲਿੱਤਾ। ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ ਜਿਹਦੀ ਕਥਾ ਕਰਨੇ ਪਏ। ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ। ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਉਹਨੇ ਕਿਹਾ, ਮੂਰਖਾਂ, ਤੈਨੂੰ ਤਾਂ ਰਾਮ ਸ਼ਬਦ ਚੇਤੇ ਨਹੀਂ ਹੋਇਆ, ਕੀ ਚੇਤੇ ਕਰੀ ਬੈਠਾ। ਬੇੜੀ ਦੂਜੇ ਕਿਨਾਰੇ ਲੱਗ ਗਈ, ਪਿਆਰਿਓ ਅੱਗ ਲਾ ਕੇ ਚਲਾ ਗਿਆ ਉਹ ਬੰਦਾ ਸਾਧੂ। ਇਹ ਜਿੱਤ ਵੀ ਗਿਆ, ਲੋਕਾਂ ਜੈ ਜੈਕਾਰ ਕੀਤੀ, ਪਰ ਅੰਦਰੋਂ ਖਾਈ ਜਾ ਮੈਂ ਮੂਰਖਾਂ। ਇਹਨੇ ਕਥਾ ਛੱਡ ਦਿੱਤੀ ਜੀ। 12 ਸਾਲ ਗੁਰੰਗ ਗੁਸਾਈ ਜੰਗਲ ਚ ਰਿਹਾ, ਇੱਕੋ ਸ਼ਬਦ ਰਾਮ ਜਪੀ ਗਿਆ। ਸੱਚੀ ਜੇ ਅਸੀਂ ਵਾਹਿਗੁਰੂ ਕਹਿੰਦੇ ਹਾਂ ਫਿਰ ਵੀ ਸਰ ਜਾਂਦਾ ਹੈ, ਚੇਤੇ ਕਰਨੇ ਆ ਫਿਰ ਭੁੱਲਦਾ। ਉਹ ਰਾਮ ਰਾਮ 12 ਸਾਲ ਉਸ ਬੰਦੇ ਨੇ ਸ਼ਬਦ ਕਮਾਇਆ। ਮੈਂ ਉਹਦੇ ਜੀਵਨ ਚ ਪੜ੍ਹਿਆ। 12 ਸਾਲ ਬਾਅਦ ਇਹਨਾਂ ਕੋ ਕਲਪ ਗਿਆ। ਕਹਿੰਦਾ ਹੈ 12 ਸਾਲ ਹੋ ਗਏ ਮੂਰਖਾ, ਇਹਨਾਂ ਕੁ ਚੇਤੇ ਕੀਤਾ, ਰਾਮ ਚੇਤੇ ਨਹੀਂ। ਇਦੂ ਚੰਗਾ ਤੇ ਗੰਗਾ ਚ ਡੁੱਬ ਕੇ ਮਰ ਜਾ। ਫੈਸਲਾ ਕਰ ਲਿਆ ਸੁਸਾਈਡ, ਆਤਮ ਹੱਤਿਆ ਦਾ। ਇਹ ਅੱਜ ਫਿਰ ਉਸੇ ਘਾਟ ਤੇ ਪਹੁੰਚ ਗਿਆ ਜਿੱਥੇ 12 ਸਾਲ ਪਹਿਲਾਂ ਕੋਈ ਸਾਧੂ ਮਿਲਿਆ ਸੀ। ਮਨ ਨੇ ਕਿਹਾ, ਜੇ ਨੇੜਿਓਂ ਛਾਲ ਮਾਰੇਗਾ ਲੋਕੀ ਖਿੱਚ ਕੇ ਬਾਹਰ ਕੱਢ ਦੇਣਗੇ। ਬੇੜੀ 'ਚ ਚਲਾ ਜਾ, ਜਦੋਂ ਗਹਿਰੇ ਸਮੁੰਦਰ ਗਹਿਰਾ ਪਾਣੀ ਆਵੇਗਾ, ਗੰਗਾ ਡੁੱਬ ਕੇ ਮਰ ਜੀ, ਕੋਈ ਕੱਢੇਗਾ ਤੇ ਨਹੀਂ। ਇਹ ਬੈਠ ਗਿਆ ਜੀ। ਅੱਜ ਬੇੜੀ ਫਿਰ ਭਰੀ ਸੀ, ਥਾਂ ਕੋਈ ਨਹੀਂ ਮਿਲੀ। ਇਹਨੇ ਦੇਖਿਆ ਕਿ ਸਾਧੂ ਬੈਠਾ। ਇਹ ਸੱਚੀ ਘਟਨਾ ਜੇ ਵੇਖੋ, ਰੱਬ ਦੀ ਖੇਡ ਜਦੋਂ ਕਿਸੇ ਦੇ ਅੰਦਰ ਨੂੰ ਜਗਾਣਾ। ਮਨ ਨੇ ਕਿਹਾ, ਇਹ ਉਹ ਤਾਂ ਨਹੀਂ ਜਿਹੜਾ 12 ਸਾਲ ਪਹਿਲਾਂ ਮਿਲਿਆ। ਚਲਾ ਗਿਆ। ਉਹਦੀਆਂ ਅੱਖਾਂ ਅੱਜ ਵੀ ਨੀਵੀਆਂ ਸਨ ਸਾਧੂ ਦੀਆਂ। 12 ਸਾਲ ਪਹਿਲਾਂ ਇਹਨੇ ਮੋਢਿਆਂ ਤੋਂ ਝੰਜੂਣ ਕੇ ਕਿਹਾ ਸੀ, ਬਾਬਾ ਮੈਂ ਗੁਰੰਗ ਗੁਸਾਈ। 12 ਸਾਲਾਂ ਬਾਅਦ ਨਾ ਥੱਲੇ ਬਹਿ ਗਿਆ, ਉਹਦੇ ਚਰਨ ਪਕੜ ਕੇ ਕਹਿੰਦਾ, ਬਾਬਾ। ਉਹਨੇ ਅੱਖਾਂ ਖੋਲੀਆਂ, ਅਗਾਂਹ ਨਹੀਂ ਬੋਲਿਆ ਗੁਰੰਗ ਗੁਸਾਈ। ਪੁੱਛਦੇ ਨੇ, ਅਰੇ ਤੂੰ ਕੌਣ? ਸੁਣਿਓ ਕੀ ਫਰਕ ਪੈ ਗਿਆ 12 ਸਾਲਾਂ 'ਚ। ਅਰੇ ਤੂੰ ਕੌਣ? ਚਰਨ ਪਕੜ ਕੇ ਰੋ ਕੇ ਕਹਿੰਦਾ, ਬਾਬਾ ਉਹ ਮਹਾਮੂਰਖ, ਮੈਂ ਮਹਾਮੂਰਖ ਮਹਾਗਿਆਨੀ। ਕਹਿੰਦੇ, ਅਰੇ ਤੂੰ ਤਾਂ ਗੁਰੰਗ ਗੁਸਾਈ। ਕਹਿੰਦਾ, ਨਹੀਂ ਬਾਬਾ, 12 ਸਾਲ ਮੈਂ ਰਾਮ ਚੇਤੇ ਕੀਤਾ ਪਰ ਨਹੀਂ ਯਾਦ ਆਇਆ। ਅੱਜ ਮੈਂ ਡੁੱਬ ਕੇ ਮਰ ਲੱਗਾ। ਉਹਨੇ ਸਿਰ ਤੇ ਹੱਥ ਰੱਖ ਕੇ ਕਿਹਾ, ਬੇਟਾ ਅਬ ਕभी ਨਹੀਂ ਭੂਲੇਗਾ। ਬਸ 12 ਸਾਲ ਦੀ ਕਮਾਈ ਦਾ ਰੰਗ ਚੜ ਗਿਆ। ਉਹ ਬੜੇ ਵੱਡੇ ਧਰਮਾਤਮਾ ਬਣੇ। ਨੌਲੇਜ ਸੀ ਪਰ ਅਨੁਭਵ ਨਹੀਂ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਕਹਿੰਦੇ, ਨਾਨਕ ਮੁਸੈ ਗਿਆਨ ਵਿਖੋਣੀ ਖਾਏ ਗਿਆ ਜਮਕਾਲ। ਗਿਆਨ ਕੋਈ ਨਹੀਂ, ਨੌਲੇਜ ਹੈ। ਨੌਲੇਜ ਦਾ ਰੌਲਾ ਹੈ। ਨੌਲੇਜ ਤਾਂ ਕੁੱਕੜਾਂ ਦੀ ਲੜਾਈ ਹੈ, ਮੈਨੂੰ ਬਖਸ਼ ਦਿਓ। ਨੌਲੇਜ ਤਾਂ ਕੁੱਤਿਆਂ ਦੀ ਲੜਾਈ ਹੈ। ਜਦੋਂ ਕਿਸੇ ਅੰਦਰ ਅਨੁਭਵ ਉਤਰਦਾ ਹੈ, ਉਹ ਅਨੁਭਵ ਸਭ ਨੂੰ ਆਪਣੇ ਕਲਾਵੇ 'ਚ ਲੈ ਲੈਂਦਾ। ਟਾਈਮ 5 ਮਿੰਟ ਮੈਂ ਜ਼ਿਆਦਾ ਲਿਆ, ਅੱਜ ਬਖਸ਼ ਦਿਆ ਜੇ। ਸਭ ਦਾ ਧੰਨਵਾਦ। ਪਰ ਲੜੀ ਚੇਤੇ ਰੱਖਿਓ, ਗਿਆਨ ਔਰ ਨੌਲੇਜ। ਪਰ ਇਸ ਪੌੜੀ ਨੂੰ ਹੋ ਸਕਦਾ ਮੇਰੇ ਤੋਂ ਇਸ ਵਾਰੀ ਸਿਰਫ ਇੱਕੋ ਹੀ ਇਹ ਪੌੜੀ ਹੋਵੇ। ਘੜੀਆਂ ਸਭੇ ਗੋਪੀਆਂ, ਪਹਿਰ ਕਲ ਗੋਪਾਲ, ਗਹਿਣੇ ਪਾਉਣ ਪਾਣੀ ਬਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ, ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਹੋਈਆਂ ਭੁੱਲਾਂ ਬਖਸ਼ ਦਿਆ ਜੇ ਪਿਆਰਿਓ। ਮੈਂ ਕਈ ਵਾਰੀ ਸਿੱਧੇ ਜੇ ਪੇਂਡੂ ਲਫ਼ਜ਼ ਵਰਤ ਲੈਣਾ ਵਾ, ਲਟਰੇਰੀ ਸ਼ਬਦ ਮੈਂ ਭੁੱਲ ਜਾਣਾ ਵਾ।